ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਵੱਲੋਂ ਚਾਵਲਾ ਸਾਹਿਬ ਪਹਿਲਾਂ ਤੁਹਾਨੂੰ ਦੋਹਰੀਆਂ ਵਧਾਈਆਂ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਔਰ ਤੁਹਾਡੇ ਜਨਮ ਦਿਨ ਦੀ ਵਧਾਈ ਤੇ ਦੂਸਰੀ 24 ਸਾਲ ਪੂਰੇ ਕਰਨ ਦੀ ਵਧਾਈ। ਮਿਹਰਬਾਨੀ ਜੀ, ਥੈਂਕ ਯੂ ਜੀ। ਔਰ ਮੈਂ ਆਪਣੇ ਮਨ ਦੇ ਵਿੱਚ ਇੱਕ ਸੁਪਨਾ ਸਮਾਇਆ ਸੀ, 25 ਸਾਲ ਪੂਰੇ ਹੋਣ ਤੇ ਆਪਾਂ ਜਾ ਕੇ ਕੈਨੇਡਾ ਚ ਬਣਾਵਾਂਗੇ ਤੇ ਪਾਤਸ਼ਾਹ ਕਿਰਪਾ ਕਰਨ, ਗੁਰੂ ਰਾਮਦਾਸ ਇਹ ਕਰੋਨਾ ਤੋਂ ਨਜਾਤ ਦਵਾਵੇ ਸਾਨੂੰ ਕੁਦਰਤ ਤੇ, ਅਸੀਂ ਜਾ ਕੇ ਮਨਾ ਸਕੀਏ। ਮੈਂ ਕਿਹਾ ਸਰਕਾਰ ਜੇ ਸਾਨੂੰ 100 ਬੰਦੇ ਦੀ ਵੀ ਆਗਿਆ ਦਿੱਤੀ ਨਾ, ਸਾਡਾ ਚਾਂਦਨੀ ਬੈਂਕਟ ਹਾਲ ਬੜਾ ਵੱਡਾ, ਉਹਦੀ ਮੇਰੇ ਖਿਆਲ ਦੇ ਵਿੱਚ 1500 ਬੰਦੇ ਦੀ ਕਪੈਸਿਟੀ ਹੈਗੀ ਆ। ਜੇ ਸਾਨੂੰ ਉਹ 'ਚ 10% ਵੀ ਉਹਨਾਂ ਨੇ ਆਗਿਆ ਦੇ ਦਿੱਤੀ, ਫਿਰ ਵੀ ਭੱਟੀ ਸਾਹਿਬ ਤੁਸੀਂ ਕੈਨੇਡਾ ਦੀ ਹਿੱਕ 'ਚ ਹੋਵੋਗੇ, ਧਰਤੀ ਤੇ ਹੋਵੋਗੇ ਤਾਂ ਆਪਾਂ ਸੈਲੀਬ੍ਰੇਟ ਕਰਾਂਗੇ। ਸਾਨੂੰ 5% ਵੀ ਦੇ ਦਿੱਤੀ ਤੇ ਜੀ। ਸ਼ੁਕਰੀਆ ਜੀ। ਮੈਂ ਇਹ ਮਹਿਸੂਸ ਜੋ ਕੀਤਾ ਨਾ, ਰਿਸ਼ਤੇਦਾਰ, ਭੈਣ ਭਰਾ ਤੇ ਪਰਿਵਾਰ ਚਾਹੇ ਜੋ ਸਹਿਯੋਗ ਰੇਡੀਓ ਨੂੰ ਕਾਮਯਾਬ ਕਰਨ ਵਾਸਤੇ ਸੱਜਣਾ ਦੋਸਤਾਂ ਤੇ ਮਿੱਤਰਾਂ ਦਿੱਤਾ ਵਾ, ਉਹ ਇੱਕ ਅਨੋਖੀ ਚੀਜ਼। ਬਿਲਕੁਲ ਬਿਲਕੁਲ ਬਿਲਕੁਲ। ਜੌਲ ਸਾਹਿਬ ਨੇ ਜਿਸ ਤਰੀਕੇ ਨਾਲ ਗੱਲ ਦੱਸੀ, ਉਹਦਾ ਥੋੜੇ ਲਫ਼ਜ਼ਾਂ ਦੀ ਕੁੱਜੇ ਚ ਜਿਹੜਾ ਅਸੀਂ ਸਭ ਕੁਝ ਬੰਦ ਕਰ ਦਿੱਤਾ ਹੈ। ਜੀ ਜੀ, ਥੋੜੇ ਸ਼ਬਦਾਂ ਦੇ ਵਿੱਚ। ਜੀ 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 ਜੀ। ਔਰ ਮੈਂ ਸਾਰੇ ਸ਼ਬਦ ਸੁਣੇ, ਇੱਕ ਇੱਕ ਸ਼ਬਦ ਮੇਰੇ ਕੰਨਾਂ ਚ ਗੂੰਜਦਾ ਵੀ ਕਿਹੜੇ ਪਿਆਰ ਨਾਲ, ਕਿਹੜੇ ਸਤਿਕਾਰ ਨਾਲ ਕੀਤੀ ਉਹਨਾਂ ਨੇ, ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਹਰੀ ਗੱਲ ਨੂੰ। ਜੀ ਜੀ। ਜੇ ਮੈਂ ਹੁੰਦਾ ਮੈਂ ਸ਼ਾਇਦ ਨਾ ਪੇਸ਼ ਕਰ ਸਕਦਾ। ਬਸ ਇਹ ਗੱਲ ਤੁਹਾਨੂੰ ਕਹਾਂ ਜੀ ਜੀ। ਨਹੀਂ ਜੌਲ ਸਾਹਿਬ, ਦੋਸਤਾਂ ਦੀ ਗੱਲ ਕੀਤੀ ਜੀ, ਆਪਾਂ ਦੋਸਤਾਂ ਦੀ ਗੱਲ ਕੀਤੀ। ਮੈਂ ਤੁਹਾਡੇ ਨਾਲ ਇੱਕੋ ਹੀ ਖਬਰ ਸਾਂਝੀ ਕਰਨੀ ਹੈ ਕਿਉਂਕਿ ਸਮਾਂ ਆਪਣੇ ਕੋਲ ਥੋੜਾ ਵਾ। ਜੀ ਜੀ। ਇੱਕ ਦੋਸਤ ਗਾਜ਼ੀਆਬਾਦ ਚ ਬੈਠਾ। ਭੱਟੀ ਸਾਹਿਬ ਇੱਕ ਕਾਲ ਲੈ ਲਈਏ। ਭੱਟੀ ਸਾਹਿਬ 1 ਮਿੰਟ ਦਿਓ, ਬਸ 1 ਮਿੰਟ। ਵੈਲਕਮ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ। ਸਤਿ ਸ੍ਰੀ ਅਕਾਲ ਜੀ, ਵਧਾਈਆਂ ਮੇਰੇ ਚਾਵਲਾ ਤੈਨੂੰ ਬੋਟੇ। ਓਕੇ ਜੀ, ਬਹੁਤ ਬਹੁਤ ਚੜ੍ਹਦੀਆਂ ਕਲਾਂ ਚ ਰਹਿ। ਥੈਂਕ ਯੂ ਜੀ। ਵੱਡੀਆਂ ਵੱਡੀਆਂ ਉਮਰਾਂ ਹੋਣ। ਥੈਂਕ ਯੂ ਜੀ, ਥੈਂਕ ਯੂ ਜੀ। ਪੈਰੀ ਪੈਨੇ ਆ ਜੀ ਵਾਸਤੇ। ਥੈਂਕ ਯੂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਪਿਆਰ ਖੱਟਿਆ ਜੀ ਅਸੀਂ ਸਤਿਕਾਰਯੋਗ ਬਜ਼ੁਰਗਾਂ ਦਾ ਘਰਾਂ ਦੇ ਵਿੱਚ 1997 ਤੋਂ ਲੈ ਕੇ ਹੁਣ ਤੱਕ। ਕਹਿੰਦੇ 97 ਤੋਂ ਲੈ ਕੇ ਕਿੰਨੇ ਕੁ ਸੁਣਦੇ ਆ, ਕਿਹੜੇ ਕਿਹੜੇ ਕੈਟਾਗਰੀ? ਮੈਂ ਕਿਹਾ ਮੈਨੂੰ ਘਰਾਂ 'ਚ ਸੁਣਦੇ ਆ। ਕਹਿੰਦੇ ਨੋ ਅੱਜ ਕੱਲ੍ਹ ਕੌਣ ਘਰਾਂ 'ਚ ਰੇੜੀ ਸੁਣਦਾ? ਮੈਂ ਕਿਹਾ ਮੈਨੂੰ ਸੁਣਦੇ ਆ ਜੀ। ਭੱਟੀ ਸਾਹਿਬ ਤੁਸੀਂ ਗੱਲ ਕਰੋ ਪੂਰੀ ਪਲੀਜ਼। ਜਿਹੜੀ ਗੱਲ ਤੁਸੀਂ ਕੀਤੀ ਹੈ ਜੀ, ਮੈਂ ਉਹਨੇ ਗੱਲ ਹੋਰ ਜੋੜਦਿਆਂ, ਤੁਹਾਨੂੰ ਪਤਾ ਹੋਈ ਕਿ ਸਤਿਕਾਰਯੋਗ ਸਾਡੇ ਲਿਸਨਰ ਨੇ ਜੀ, ਉਹਨਾਂ ਨੇ ਕਿਹਾ ਜੀ ਮੇਰੀ ਫੈਕਟਰੀ ਦੇ ਵਿੱਚ 40 ਬੰਦੇ ਕੰਮ ਕਰਦੇ ਤੇ ਵੱਡਾ ਰੇਡੀਓ ਲਾਇਆ ਵੀ ਸਾਰੇ ਹੀ ਸੁਣਦੇ ਹੋ। ਹਾਂਜੀ 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 ਹਾਂਜੀ। ਕਈ ਵਾਰੀ ਕਿਹਾ ਨਾ ਦੇਖਦੇ ਵੀ ਆ ਅੱਜ ਕੱਲ੍ਹ। ਪਿਆਰ, ਇਹ ਪਿਆਰ ਆ ਸਾਡਾ ਉਹਨਾਂ ਦਾ ਜੀ। ਸਾਡੇ ਨਾਲ ਪਿਆਰ ਕਰਦੇ ਆ, ਸਾਨੂੰ ਮਾਣ ਦਿੰਦੇ, ਇਸ ਕਰਕੇ ਧੰਨਵਾਦ ਕਰਦੇ ਉਹਨਾਂ ਦਾ। ਜਿਹੜੀ ਗੱਲ ਮੈਂ ਦੋਸਤੀ ਦੀ ਕੀਤੀ ਕਿ ਇੱਕ ਦੋਸਤ ਜਿਹੜਾ ਸੀ ਉਹਨਾਂ ਦਾ ਨੋਇਡਾ ਦੇ ਵਿੱਚ ਪਹਿਲਾਂ ਕਰੋਨਾ ਨਾਲ ਪੀੜਤ ਹੋ ਕੇ ਡੈਥ ਹੋ ਗਈ। ਦੂਜਾ ਦੋਸਤ ਗਾਜ਼ੀਆਪੁਰ ਰਹਿੰਦਾ ਸੀ ਤੇ ਤੀਜਾ ਦੋਸਤ ਝਾਰਖੰਡ ਸੀ। ਜਿਹੜਾ ਗਾਜ਼ੀਆਬਾਦ ਵਾਲਾ ਸੀ ਉਹਨੂੰ ਕਰੋਨਾ ਪੀੜਤ ਹੋ ਗਿਆ ਜੀ। ਹਸਪੀਟਲ 'ਚ ਕਿਤੇ ਬੈੱਡ ਨਹੀਂ ਮਿਲੀ ਤੇ ਘਰੇ ਉਹਨੂੰ ਆਈਸੋਲੇਟ ਕਰ ਦਿੱਤਾ ਤੇ ਗੈਸ ਲਗਾ ਦਿੱਤੀ ਗਿਆ ਆਕਸੀਜਨ। ਇਹਦਾ ਦੋਸਤ ਦੂਜਾ ਜਿਹੜਾ ਸੰਭਾਲ ਕਰ ਰਿਹਾ ਸੀ, ਉਹ ਫੋਨ ਕਰਦਾ ਵਾ ਆਪਣੇ ਝਾਰਖੰਡ ਵਾਲੇ ਨੂੰ ਕਿ ਜਗਿੰਦਰ, ਇੱਥੇ ਜਿਹੜਾ ਆਪਣਾ ਰਾਜਨ ਆ ਉਹਦੀ ਹਾਲਤ ਬੜੀ ਮਾੜੀ ਆ, ਗੈਸ ਸਿਰਫ 24 ਘੰਟੇ ਦੀ ਰਹਿ ਗਈ ਹੈ, ਜੇ ਇਹਨੂੰ ਗੈਸ ਨਾ ਹੋਰ ਮਿਲੀ ਤੇ ਮੁਸ਼ਕਿਲ ਹੋ। ਉਹ ਕਹਿੰਦਾ ਯਾਰ ਅਸੀਂ ਪਹਿਲਾਂ ਇੱਕ ਦੋਸਤ ਗਾ ਵਿੱਚ ਦੂਸਰਾ ਨਹੀਂ ਪਾਉਣਾ। ਉਹਨੇ ਆਪਣੀ ਬਾਈਕ ਚੁੱਕੀ, ਬਾਈਕ ਚੁੱਕ ਕੇ ਬਖਾਰੋ ਗਿਆ। ਬਖਾਰੋ ਇੱਕ ਫੈਕਟਰੀ ਲੱਗੀ ਸੀ ਗੈਸ ਦੀ, ਉੱਥੋਂ ਸਿਲੰਡਰ ਲਿਆ ਬਖਾਰ ਤੋਂ। ਉੱਥੇ ਬਾਈਕ ਲਈ, ਉੱਥੇ ਆਪਣੇ ਇੱਕ ਦੋਸਤ ਹੋਰ ਨੂੰ ਨਾਲ ਲਿਆ। ਉਹਨੂੰ ਕਹਿੰਦਾ ਆਪਣੀ ਕਾਰ ਕੱਢ। ਕਾਰ ਦੇ ਵਿੱਚ ਸਿਲੰਡਰ ਰੱਖਿਆ ਤੇ ਰਾਤੋਂ ਰਾਤ 1300 ਕਿਲੋਮੀਟਰ ਨੌਨ ਸਟਾਪ ਕਾਰ ਚਲਾ ਕੇ ਜਿਹੜੇ ਸੀ ਉਹ ਆਪਣੇ ਦੋਸਤ ਕੋਲ। ਗੈਸ ਆਖਰੀ ਦਮਾਂ ਦੇ ਸੀ, ਸਿਲੰਡਰ ਮੁੱਕਣ ਵਾਲਾ ਸੀ। ਜਾ ਕੇ ਨਵੀਂ ਗੈਸ ਲਾਈ ਤੇ ਉਹ ਫਿਰ ਤੁਰ ਪਿਆ ਵੀ ਹੁਣ ਗੈਸ ਆ ਗਈ ਕੋਈ 1300 ਕਿਲੋਮੀਟਰ। ਹੁਣ ਦੋਸਤ ਸਹੀ ਸੇ ਠੀਕ ਹੋ ਰਿਹਾ ਵਾ। ਮੈਂ ਸੋਚਦਾ ਵੀ ਅਸੀਂ ਆਪਣੇ ਦੋਸਤਾਂ ਦੀ, ਮਿੱਤਰਾਂ ਦੀ, ਉਹਨਾਂ ਦਾ ਬਹੁਤ ਧੰਨਵਾਦ ਕਰਦੇ। ਸਾਨੂੰ 24 ਸਾਲਾਂ ਦਾ ਬਹੁਤ ਸਾਥ ਦਿੱਤਾ। ਦੋਸਤ ਹੋਣ ਤੇ ਇਹੋ ਜਿਹੇ ਹੋਣ ਜੀ। ਇੱਕ ਦੋਸਤ ਨੇ ਨੈਬ ਸਿੰਘ ਸਿੱਧੂ, ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਾਂਗਾ ਮੈਨੂੰ ਫੋਟੋ ਜ਼ਰੂਰ ਭੇਜਿਓ। ਮੈਂ ਰਾਤ ਦੇ ਪ੍ਰੋਗਰਾਮ ਦੇ ਵਿੱਚ ਕਵਿਤਾ ਸਾਂਝੀ ਕਰਨੀ ਹੈ। 4 ਮਿੰਟ ਨੇ, ਲਾਈਨਾਂ ਫਲੈਸ਼ ਹੋ ਰਹੀਆਂ ਸਾਰੀਆਂ। ਲਿਖਦੇ ਨੇ ਕਿ 29 ਅਪ੍ਰੈਲ 1997 ਨੂੰ ਬੈਂਡ 1320 ਉੱਪਰ ਬਾਗ ਦੀ ਨੀਂਹ ਰੱਖੀ, ਨਾ ਰੰਗਲਾ ਪੰਜਾਬ ਵੇ।
ਅਕੀਦਾ ਜੀ, ਮਿੰਟੂ ਜੀ, ਜਸਬੀਰ ਜੀ ਪੰਜਾਬ ਤੋਂ ਤੇ ਚੌਥਾ ਹੋਸਟ ਕੈਨੇਡਾ ਤੋਂ ਦਿਲਬਾਗ ਵੇ ਨਾ ਰੰਗਲਾ ਪੰਜਾਬ ਵੇ। ਪਟਿਆਲਾ ਮੇਰੀ ਹੈ ਵਿਦਿਆ ਭੂਮੀ ਹੈ ਮਿੰਟੂ ਗੁਰਸਰੀਆ ਸਾਡੇ ਪਿੰਡ ਵੱਲ ਦਾ। ਪੱਟੀ ਅਤੇ ਤਰਨਤਾਰ ਗੁਰੂਆਂ ਦੇ ਤਾਰੇ ਸਾਂਝੇ ਪੰਜਾਬ ਦਾ ਪਾਸਾ ਚੜ੍ਹਦੇ ਵੱਲ ਦਾ। ਵਸਦਾ ਰਸਦਾ ਹੱਸਦਾ ਰਹੇ ਰੰਗਲਾ ਪੰਜਾਬ ਜਿਸ ਦਾ ਕਰਤਾ ਧਰਤਾ ਦਿਲਬਾਗ ਚਾਵਲਾ ਵੇ ਨਾ ਰੰਗਲਾ ਪੰਜਾਬ ਵੇ ਨਾ ਰੰਗਲਾ ਪੰਜਾਬ ਵੇ। ਮੂਲ ਜੜ੍ਹਾਂ ਨਾਲ ਜੁੜ ਕੇ ਰਹੀਏ ਜਿੱਥੇ ਜਾਈਏ ਕਰਾਂ ਮੈਂ ਰੱਬ ਅੱਗੇ ਅਰਜ਼ੋਈ। ਅੰਨਦਾਤੇ ਦੀ ਸੁਣ ਲੈ ਈਸ਼ਵਰ ਅੱਲਾ ਵਾਹਿਗੁਰੂ ਮੇਰੇ ਜਿਸ ਤਨ ਲੱਗੇ ਜਾਣੇ ਕੋਈ ਸੋਈ। ਮੇਲਿਆਂ ਦਾ ਦੇਸ਼ ਰੰਗਲਾ ਪੰਜਾਬ ਲੱਖਾਂ ਫੁੱਲਾਂ ਵਿੱਚ ਜਿਵੇਂ ਹੋਵੇ ਵੱਖਰਾ ਗੁਲਾਬ ਵੇ ਨਾ ਰੰਗਲਾ ਪੰਜਾਬ ਵੇ। ਸਿੱਧੂ ਸਾਹਿਬ ਧੰਨਵਾਦ। ਬਾਕੀ ਕਵਿਤਾ ਰਾਤ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਜੀ। ਆਓ ਮੈਂ ਇੱਕ ਵਾਰੀ ਫਿਰ ਤੋਂ 24 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਅਸੀਂ ਸੱਚ ਬੋਲ ਕੇ ਦੁਸ਼ਮਣੀਆਂ ਕਮਾਈਆਂ ਨੇ। ਉਹਨਾਂ ਦੁਸ਼ਮਣਾਂ ਅੱਗੇ ਵੀ ਸਿਰ ਝੁਕਾਉਂਦੇ ਆ ਕਿ ਸਾਨੂੰ ਮਾਫ਼ ਕਰਿਓ ਸਾਡੀਆਂ ਇਹਨਾਂ ਸੱਚੀਆਂ ਗੱਲਾਂ ਲਈ। ਅਤੇ ਜੇ ਮਾਫ਼ ਕਰ ਸਕਦੇ ਹੋਏ ਤਾਂ ਗਾਲਾਂ ਲਾ ਲਿਓ ਅਤੇ ਜੇ ਪਿਆਰ ਦੇ ਸਕਦੇ ਹੋ ਤਾਂ ਜ਼ਰੂਰ ਦਿਓ। ਸੱਚ ਤੇ ਬਾਬੇ ਵੀ ਕਹਿੰਦੇ ਨੇ ਕਿ ਸੱਚ ਬੋਲੋ, ਸੱਚ ਦੇ ਮਾਰਗ 'ਤੇ ਚੱਲੋ। ਕਿਤੇ ਇਹੋ ਜਿਹੀ ਖਬਰ ਸਾਂਝੀ ਕਰ ਦਿੱਤੀ ਹੋਈ ਵੀ ਜਿਹੜੀ ਚੰਗੀ ਨਾ ਲੱਗੇ ਉਹਨਾਂ ਕੋਲੋਂ ਵੀ ਮਾਫ਼ੀ ਚਾਹੁੰਦੇ ਹਾਂ ਸਿਰ ਝੁਕਾ ਕੇ ਪਿਆਰੀ ਹੱਥ ਲਾ ਕੇ ਵੀ ਸੱਚ ਬੋਲਿਆ ਗਿਆ ਭਰਾ ਮਾਫ਼ ਕਰ ਦਿਓ। ਹਾਂਜੀ ਜਾਣ ਬੁੱਝ ਕੇ ਨਹੀਂ ਬੋਲਿਆ। ਅਗਲੀ ਕਾਲ ਲੈ ਲੈਣੇ ਜੀ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ, ਸਰਨਜੀਤ ਬੋਲਦਾ ਜੀ। ਸਰਦਾਰ ਸਾਹਿਬ ਕੀ ਹਾਲ ਚਾਲ? ਬਸ ਠੀਕ ਹੈ ਜੀ। ਮੈਂ ਕਿਹਾ ਵਧਾਈਆਂ ਦੇ ਦਈਏ, ਕਿੰਨੇ ਸਾਲ ਹੋ ਗਏ? 24 ਸਾਲ। ਥੈਂਕ ਯੂ ਜੀ, ਥੈਂਕ ਬੜੇ ਸਾਲਾਂ ਦੇ ਪ੍ਰੋਗਰਾਮ ਸੁਣਦੇ ਤੁਹਾਡਾ, ਬਹੁਤ ਵਧੀਆ। ਥੈਂਕ ਯੂ ਸਵੇਰੇ ਵੀ ਸ਼ਾਮ ਨੂੰ ਵੀ। ਹਾਂਜੀ ਥੈਂਕ ਯੂ ਜੀ, ਬਹੁਤ ਵਧਾਈਆਂ ਜੀ। ਥੈਂਕ ਯੂ ਜੀ। ਲਓ ਜੀ ਅਗਲੀ ਕਾਲ। ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ। 24 ਸਾਲ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ ਜੀ ਵੀਰ ਜੀ, ਬਹੁਤ ਛੋਟੀ ਤਰੱਕੀ ਰੱਖੇ ਕੰਮ। ਥੈਂਕ ਯੂ ਜੀ, ਥੈਂਕ ਯੂ। ਲਓ ਜੀ ਅਗਲੀ ਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਰਾਮ ਪ੍ਰਕਾਸ਼ ਪਾਲ ਬੋਲਦਾ। ਬਹੁਤ ਬਹੁਤ ਵਧਾਈਆਂ 24ਵੀਂ ਐਨਵਰਸਰੀ ਦੀਆਂ। ਤੇ ਜਿੱਦਣ ਦਾ ਕੀ ਨਾ ਲਈਦਾ ਅਰਸ਼ ਜੀ ਨੇ ਲਾ ਕੇ ਗਏ ਦੋਨੇ ਸਾਡੇ ਡੱਬੇ ਤਾਂ ਉਦੋਂ ਦਾ ਹੀ ਕੀ ਨਾ ਲਈਦਾ ਰੰਗਲਾ ਪੰਜਾਬ ਬਸ ਰਿਹਾ ਸਾਡੇ ਘਰ ਦੇ। ਸਰਵਿਸ ਕਿੱਦਾਂ ਦੀ ਹੈ ਮੈਨੂੰ ਦੱਸੋ ਤੁਸੀਂ? ਕਲੀਅਰ ਹੈ? ਬਹੁਤ ਵਧੀਆ ਸਰਵਿਸ ਹੈ। ਥੈਂਕ ਯੂ। ਹੁਣ ਵੀ ਦੇਖ ਰਹੇ ਹਾਂ, ਬਹੁਤ ਵਧੀਆ ਸਰਵਿਸ। ਥੈਂਕ ਯੂ ਜੀ, ਥੈਂਕ ਯੂ ਜੀ। ਅਰਸ਼ ਨੂੰ ਇੱਕ ਵਾਰ ਕਿ ਜੇ ਬਜ਼ੁਰਗ ਕੋਈ ਕਾਲ ਕਰਦਾ ਨਾ ਤੇ ਮੇਰੇ ਵਾਂਗੂ ਆਸ਼ੀਰਵਾਦ ਲੈਣ ਤੁਰ ਪੈਂਦਾ। ਮਤਲਬ ਜੇ ਬਕਸਾ ਕਿਸੇ ਦਾ ਨਹੀਂ ਚੱਲਦਾ ਘਰੇ ਬਜ਼ੁਰਗਾਂ ਨੂੰ ਉਹ ਇੱਕ URL ਚੇਂਜ ਕਰਨਾ ਹੁੰਦਾ। ਇਹ ਕਹਿੰਦਾ ਕਿ ਨਹੀਂ ਡੈਡ ਉਹਨਾਂ ਨੇ ਕਾਲ ਕੀਤਾ, ਤੁਸੀਂ ਅਨਾਊਂਸ ਕੀਤਾ, ਭਾਵੇਂ ਮੈਨੂੰ 100 ਕਿਲੋਮੀਟਰ ਕਿਉਂ ਨਾ ਜਾਣਾ ਪਵੇ। ਜੇ ਤੇ ਟੈਲੀਵਿਜ਼ਨ ਫੇਸ ਟਾਈਮ 'ਤੇ ਹੋ ਗਿਆ ਤਾਂ ਠੀਕ ਹੈ, ਨਹੀਂ ਤੇ ਜਾ ਕੇ ਸਰਵਿਸ ਦੇ ਆਉਂਦਾ। ਇੰਨਾ ਡਾਊਨ ਟੂ ਅਰਥ ਆ। ਮੈਂ ਹੁਣ ਇਹਨੂੰ ਕੀ ਕਹਾਂ, ਇੱਕ ਫਿਲਮ ਦਾ ਸਟਾਰ ਹੋਵੇ ਤੇ ਉੱਦਾਂ ਹੀ ਆਕੜ ਨਹੀਂ ਮਾਣ ਹੁੰਦੀ। ਇਹਦੀਆਂ ਤੇ 3-4 ਆ ਗਈਆਂ ਨੇ। ਉਦੋਂ TV ਹੋਸਟ ਆ, ਇੱਥੇ ਇੱਕ ਦਿਨ ਪ੍ਰੋਗਰਾਮ ਕਰਦਾ ਹੋਵੇ ਰੇਡੀਓ ਹੋਸਟ, ਮੁੱਛਾਂ ਨੂੰ ਵਾਟਰ ਟੇਢੀ ਨਹੀਂ ਹੋਣ ਦਿੰਦਾ। ਇਹਦੇ 'ਚ ਇੰਨਾ ਕੁ ਪਤਾ ਨਹੀਂ। ਚਲੋ DNA ਤੇ ਬਾਪੂ ਦਾ ਪਿਓ ਪਰ ਪੂਤ ਪਿਤਾ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਜਿੰਦਾ ਰਿਹਾ ਪੁੱਤਰਾ। ਕਮਲ ਗਿੱਲ ਜੀ ਵੈਲਕਮ, ਗੁੱਡ ਮਾਰਨਿੰਗ। ਮੇਰੇ ਵੱਡੇ ਵੀਰ ਨੂੰ ਬਹੁਤ ਬਹੁਤ ਦਿਲੋਂ ਵਧਾਈ ਤੇ ਰਾਤ ਦੁਗਣੀ ਦਿਨ ਚੌਗਣੀ ਤਰੱਕੀ ਕਰੇ ਪ੍ਰਮਾਤਮਾ ਸਿਹਤਾਂ ਕਾਇਮ ਰੱਖੇ ਤੇ ਏਦਾਂ ਹੀ ਪ੍ਰੋਗਰਾਮ ਚੱਲਦਾ ਰਹੇ ਤੇ ਅਸੀਂ ਏਦਾਂ ਹੀ ਸੁਣਦੇ ਰਹੀਏ। ਸਾਰੇ ਪਰਿਵਾਰ ਨੂੰ, ਜਿੰਨਾ ਪਰਿਵਾਰ ਆ ਸਾਰਾ, ਜਿੰਨੇ ਆਪਣੇ ਹੋਸਟ ਇੰਡੀਆ ਵਾਲੇ ਆ ਇੱਥੋਂ ਵਾਲੇ ਸਾਰਿਆਂ ਨੂੰ ਲੱਖ ਲੱਖ ਵਧਾਈ। ਥੈਂਕ ਯੂ ਕਮਲ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ। ਕਮਲ ਦੀ ਤਮੰਨਾ ਹੈ ਪੱਟੀ ਸਾਹਿਬ ਕਿ ਮੈਂ ਹੋਸਟ ਬਣਨਾ। ਮੈਂ ਕਿਹਾ ਇਹਨਾਂ ਨੂੰ ਟਰੱਕਾਂ ਇਹਨਾਂ ਕੋਲ ਟਰੱਕਾਂ ਵਾਲਿਆਂ ਦਾ ਐਕਸਪੀਰੀਅੰਸ ਬੜਾ ਹੈ ਹਨਾ। ਇਹਨਾਂ ਨੂੰ 1 ਘੰਟਾ ਹਫ਼ਤੇ 'ਚ ਭਾਜੀ ਅੱਜ ਇੱਕ ਗੱਲ ਹੋਰ ਵੀ ਐਡ ਹੋ ਗਈ ਨਾਲ ਜੀ। ਭਾਜੀ ਆਪਣਾ ਟਰੱਕ ਵੀ ਅੱਜ ਮਿਲ ਜਾਣਾ ਜੀ। ਉਹ ਵਧਾਈਆਂ। ਲੰਬੀ ਚੌੜੀ ਗੱਲ ਆ, ਟਰੱਕ ਮਿਲਣ ਵਾਲੀ ਫਿਰ ਦੱਸਾਂਗੇ ਜੀ। ਥੈਂਕ ਯੂ। ਹਾਂਜੀ। ਇਹ ਕਮਲ ਜੀ ਇਹਨਾਂ ਨੂੰ ਝੂਠਾ ਫਸਾ ਦਿੱਤਾ ਗਿਆ। ਇਹੋ ਜਿਹੇ ਹੁਣ ਕੀ ਕਵਾਂ, ਅਕਿਰਤ ਕੰਨ ਲੱਖ ਲਾਹਨਤਾਂ ਉਹ ਤੁਹਾਡੀਆਂ ਇਹੋ ਜਿਹੀਆਂ ਕਮਾਈਆਂ ਦੇ ਜਿਹੜੇ ਇਨੋਸੈਂਟ ਲੋਕਾਂ ਨੂੰ ਤੁਸੀਂ ਫਸਾਉਂਦੇ ਹੋ। ਡੁੱਬ ਕੇ ਮਰ ਜਾਓ ਕੰਜਰੋ। ਇਹੋ ਜਿਹੀ ਕਮਾਈ ਖਾਣ ਨਾਲੋਂ ਤਾਂ ਮਤਲਬ ਕੀ ਕਹਾਂ ਤੁਹਾਨੂੰ ਮੈਂ, ਵਿਸਟਾ ਦੇ ਕੀੜਿਓ। ਇਹ ਚੰਗੇ ਭਲੇ ਸ਼ਰੀਫ ਬੰਦਿਆਂ ਨੂੰ ਟ੍ਰੇਲਰ ਪਾ ਕੇ ਤੋਰ ਦਿੰਦੇ ਨੇ ਤੇ ਉਹ ਵਿਚਾਰੇ ਬਾਰਡਰ ਤੇ ਪੱਟੀ ਸਾਹਿਬ ਘਿਰ ਜਾਂਦੇ ਨੇ ਤੇ ਮੁੜ ਕੇ ਉੱਥੋਂ ਦਾ ਮੈਂ ਕਹਿੰਦਾ ਕਿ ਜੱਗ ਉਹਨਾਂ ਨੂੰ ਨਾ ਰੱਬ ਪਰਮਾਤਮਾ ਉਹਨਾਂ ਆਫੀਸਰਸ ਨੂੰ ਬਹੁਤ ਲੰਬੀ ਉਮਰ ਤੇ ਬੁੱਧੀ ਬਖਸ਼ੇ ਜਿਹੜੇ ਇਹੋ ਜਿਹੇ ਇਨੋਸੈਂਟ ਲੋਕਾਂ ਨੂੰ ਪਛਾਣ ਲੈਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਨਹੀਂ ਵੀ ਤੁਸੀਂ ਡੇਲੀ ਆਉਂਦੇ ਹੋ ਜਾਂਦੇ ਹੋ, ਤੁਹਾਡਾ ਕੋਈ ਕਸੂਰ ਨਹੀਂ, ਤੁਹਾਡੇ ਮਗਰ ਕੋਈ ਟ੍ਰੇਲਰ ਪਾ ਦਿੱਤਾ ਗਿਆ ਤੇ ਬਈ ਤੁਸੀਂ ਜਾਓ। ਅੱਜ ਇਹਨਾਂ ਨੂੰ ਮਹੀਨਾ 2 ਮਹੀਨੇ 3 ਮਹੀਨੇ ਖੱਜਲ ਖਵਾਰ ਹੋਣ ਤੋਂ ਬਾਅਦ ਟਰੱਕ ਖੱਖਰੀ ਕਰ ਦਿੱਤਾ ਗਿਆ, ਮਿਹਨਤ ਨਾਲ ਬਣਾਇਆ ਹੋਇਆ। ਹਾਂਜੀ ਇੱਕ ਦਿਨ ਕਹਿੰਦੇ ਮੈਂ ਉਦਾਸ ਹਾਂ ਚਾਵਲਾ ਜੀ। ਮੈਂ ਕਿਉਂ? ਕਹਿੰਦਾ ਮੇਰਾ ਮਨ ਕਰਦਾ ਸੁਸਾਈਡ ਕਰਨ ਨੂੰ। ਮੈਂ ਗੱਲ ਕੀ ਹੋਈ ਆ ਭਰਾ? ਕਹਿੰਦੇ ਸਾਰੀ ਵਿਥਿਆ ਦੱਸੀ, ਮੇਰੇ ਮਗਰ ਗੱਡੀ ਟਰਾਲਾ ਪਾਤਾ, ਵਿੱਚ ਸਮਾਨ ਸੀ, ਮੈਂ ਇਨੋਸੈਂਟ ਮੈਨੂੰ ਫਸਾ ਦਿੱਤਾ।
ਪਰ ਆਫਿਸਰ ਨੇ ਪਛਾਣ ਲਿਆ ਕਿ ਇਹ ਇਨੋਸੈਂਟ। ਇਹੋ ਜਿਹੇ ਕਈ ਹੋਰ ਨੇ, ਕਈ ਨੇ ਇਹੋ ਜਿਹੇ। ਡੱਬ ਕੇ ਮਰ ਜਾਓ ਇਹੋ ਜਿਹੀ ਕਮਾਈ ਨਾਲੋਂ। ਐਡਾ ਤਾਂ ਤੁਸੀਂ ਜਿਹੜੀਆਂ ਬੰਦ ਕਰਾਉਣੀਆਂ ਕਿਰਾਏ ਲਈਆਂ, ਲੱਖ ਲਾਹਨਤਾਂ ਮਾਂ ਦੇ ਦੁੱਧ ਨੂੰ ਦਾਗ ਲਾਉਣ ਵਾਲੇ ਹੋ ਜਿਹੜੇ ਇਹੋ ਜਿਹੇ ਸ਼ਰੀਫ ਬੰਦਿਆਂ ਨੂੰ ਤੁਸੀਂ ਬਾਰਡਰ ਤੇ ਫਸਾ ਕੇ ਤੇ ਆਪਣੇ ਪੁੱਤਾਂ ਵਾਸਤੇ ਮਹਿੰਗੀਆਂ ਗੱਡੀਆਂ ਤੇ ਗੱਡੇ ਵੱਡੇ ਵੱਡੇ ਘਰ ਲੈਣੇ ਨੇ। ਹੈਂ, ਇਹੋ ਜਿਹੀਆਂ ਕਮਾਈਆਂ ਨਾਲ ਕੀ ਬਣਨਾ, ਕੀ ਥੋੜ੍ਹਾ ਇਹੋ ਜਿਹੀ ਕਮਾਈਆਂ ਨਾਲ। ਹਾਂਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਭਾਜੀ, ਥੈਂਕ ਯੂ ਕਮਲ ਜੀ, ਬਹੁਤ ਬਹੁਤ ਧੰਨਵਾਦ। ਇਹ ਯਾਰ ਰੰਗਲਾ ਪੰਜਾਬ, ਆਹ ਗੱਲਾਂ ਮੈਂ ਕਹਿੰਦਾ ਚੁੱਭਦੀਆਂ ਨੇ, ਆਹ ਚੁੱਭਦੀਆਂ ਨੇ। ਆਹ ਵਾ ਵੱਡੇ ਵੱਡੇ ਜਿਹੜੇ ਗਰੁੱਪ, ਬੜਾ ਵੱਡਾ ਮਾਫੀਆ ਇੱਥੇ, ਪਤਾ ਨਹੀਂ ਕਿਸੇ ਵੇਲੇ ਕੋਈ ਗੋਲੀ ਮਾਰ ਜਾਵੇ ਮੈਨੂੰ ਆ ਕੇ, ਉਹਦੀ ਪਰਵਾਹ ਕੋਈ ਨਹੀਂ। ਪਰ ਇਹ ਇੱਦਾਂ ਦੇ ਪੱਟੀ ਸਾਹਿਬ ਲੋਕਾਂ ਨਾਲ ਵੀ ਆਡਾ 24 ਸਾਲਾਂ ਤੋਂ ਲੱਗਾ ਹੋਇਆ ਸਾਡਾ। ਜੀ ਜੀ ਜੀ, ਪਖੰਡੀ ਸਾਧਾਂ ਨਾਲ, ਪਖੰਡੀ ਬਾਬਿਆਂ ਨਾਲ, ਪਖੰਡੀ ਡੇਰਾਵਾਦੀਆਂ ਨਾਲ, ਉਹ ਜਿਹੜੇ ਇਹੋ ਜਿਹੇ ਲੋਕ ਨੇ ਉਹਨਾਂ ਨਾਲ ਤਾਂ ਲੱਗਾ ਹੀ ਲੱਗਾ, ਪਰ ਇਹਨਾਂ ਨਾਲ ਵੀ ਲੱਗਾ ਹੋਇਆ ਜਿਹੜੇ ਮਾਵਾਂ ਦੇ ਪੁੱਤਾਂ ਨੂੰ ਮਤਲਬ ਜਿਹੜੇ ਨੇ ਉਹ ਗਲਤ ਰਸਤੇ ਤੋਰਦੇ ਨੇ ਤੇ ਪੈਸੇ ਕਮਾਉਂਦੇ ਨੇ। ਹਾਂਜੀ, ਸੋ ਕਿੱਥੇ ਚੰਗਾ ਲੱਗੂਗਾ ਰੰਗਲਾ ਪੰਜਾਬ। ਹਲੋ, ਅਗਲੀ ਕਾਲ ਲੈ ਲੈਂਦੇ ਹਾਂ। ਹੈਲੋ ਚਾਵਲਾ ਜੀ, ਵੈਲਕਮ। ਕਿਰਪਾਲ ਸਿੰਘ ਚੱਗਰ ਰਸ ਕਰ ਰਿਹਾ। ਹਾਂ ਜੀ, ਚੱਗੜ ਸਾਹਿਬ ਜੀ, ਗ੍ਰੇਟ, ਕੀ ਹਾਲ ਚਾਲ? ਬਹੁਤ ਬਹੁਤ ਤੁਹਾਨੂੰ ਮੁਬਾਰਕਾਂ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ ਜੀ, ਔਰ ਇਸੇ ਤਰ੍ਹਾਂ ਹੀ ਦੇ ਲੋਕਾਂ ਦੀਆਂ ਫੀਸਾਂ ਲੈਂਦੇ ਰਹੋ। ਕਿਸ ਤਰ੍ਹਾਂ ਤੁਸੀਂ ਵੀ ਬਕਸਾ ਲੈ ਕੇ ਗਏ ਹੋ? ਪੂਰਾ ਕਲੀਅਰ ਆ? ਉਹ ਮਹਾਰਾਜ ਕੀ ਪੁੱਛਦੇ ਹੋ। ਠੀਕ ਹੈ, ਥੈਂਕ ਯੂ ਚੱਕਰ ਸਾਹਿਬ, ਬਹੁਤ ਬਹੁਤ ਧੰਨਵਾਦ। ਲਓ ਜੀ, ਅਗਲੀ ਕਾਲ ਤੇ ਚੱਲਦੇ ਹਾਂ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਵਧਾਈਆਂ ਬਹੁਤ ਬਹੁਤ ਤੁਹਾਨੂੰ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਬਹੁਤ ਬਹੁਤ ਮਿਹਰਬਾਨੀ ਭੈਣ ਜੀ, ਥੈਂਕ ਯੂ ਸੋ ਨਾਈਸ, ਥੈਂਕ ਯੂ। ਪਾਟੀ ਸਾਹਿਬ 2-4 ਮਿੰਟ ਫਿਰ ਲਾ ਲਈਏ ਗੱਲਾਂ ਬਾਤਾਂ ਤੇ। ਲਓ, ਕੋਈ ਨਹੀਂ, ਕਰੋ ਜੀ। ਆਪਣੇ ਕੋਲ ਟਾਈਮ ਹੈਗਾ 24 ਘੰਟੇ, 5-7 ਮਿੰਟ ਲਾ ਲੈਣੇ ਆ। ਸਰਦਾਰ ਮਨਮੋਹਨ ਸਿੰਘ ਜੀ ਜਿਹੜੇ ਨੇ ਸਿਹਤਯਾਬ ਹੋਏ ਨੇ, ਕੋਰੋਨਾ ਨੂੰ ਹਰਾ ਕੇ ਹਸਪਤਾਲਾਂ ਤੋਂ ਪਰਤੇ ਨੇ, ਹਸਪਤਾਲ ਤੋਂ ਘਰ ਪਰਤੇ ਨੇ। ਔਰ ਕਾਫੀ ਅਮਨ ਜੀ ਇਹ ਇੱਕ ਖਬਰ ਸੁਣਾ ਕੇ ਗਏ ਨੇ ਕਿ ਸਾਡੇ ਸਤਿਕਾਰਯੋਗ ਸੀਨੀਅਰ ਭਾਰਤੀ ਸਾਬਕਾ ਪ੍ਰਧਾਨ ਮੰਤਰੀ ਉਮਰ ਦਰਾਜ ਵੀ ਨੇ, ਔਰ ਇਸ ਉਮਰ ਦੇ ਵਿੱਚ ਹਰਾਉਣਾ ਮਤਲਬ ਕਹਿ ਲਓ ਕਿ ਕਰੋਨਾ ਨੂੰ ਇੱਕ ਬਹੁਤ ਵੱਡੀ ਖਬਰ ਹੈ ਔਰ ਵਰਲਡ ਵਾਈਡ ਛਾਇਆ ਵੀ ਹੋਵੇਗੀ ਮੇਰੇ ਖਿਆਲ ਦੇ ਵਿੱਚ। ਮੇਰੇ ਨਾਲ ਸਰਦਾਰ ਸਤਬੀਰ ਸਿੰਘ ਜੀ ਭਿੰਡਰ ਨੇ ਪਟਿਆਲੇ ਤੋਂ, ਔਰ ਹਮੇਸ਼ਾ ਵੀਰ ਦਾ ਸਤਿਕਾਰ ਤੇ ਪਿਆਰ, ਤੇ ਇਹ ਮੇਰਾ ਜਿਗਰੀ ਯਾਰਾਂ ਦੇ ਵਿੱਚ ਯਾਰ ਹੈ। ਇੱਕ ਤਾਂ ਜਿਗਰੀ ਯਾਰ ਹੁੰਦੇ ਨੇ ਤੁਹਾਡੇ ਨਾਲ ਜਿਹੜੇ ਕਲਾਸ ਫੈਲੋ ਹੁੰਦੇ ਨੇ, ਪਿੰਡਾਂ ਦੇ ਵਿੱਚ ਗਲੀਆਂ 'ਚ ਖੇਡੇ ਮੱਲੇ ਹੁੰਦੇ ਨੇ, ਮਹੱਲੇਦਾਰੀ ਹੁੰਦੀ ਆ। ਹਾਂਜੀ, ਇੱਕ 7 ਸਮੁੰਦਰੋਂ ਪਾਰ ਤੁਸੀਂ ਦੂਰ ਆ ਕੇ ਤੇ ਤੁਹਾਨੂੰ ਕੋਈ ਇਹੋ ਜਿਹਾ ਮਿੱਤਰ ਮਿਲ ਜਾਵੇ ਜਿਹਦੇ ਨਾਲ ਤੁਸੀਂ ਦਿਲ ਦੀ ਗੱਲ ਕਰ ਸਕਦੇ ਆ, ਉਹਨੂੰ ਜਿਗਰੀ ਯਾਰ ਕਹਿੰਦੇ ਨੇ। ਹਾਂਜੀ ਭਿੰਡਰ ਸਾਹਿਬ, ਵੈਲਕਮ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਚਾਵਲਾ ਜੀ, ਸਾਰੇ ਸਰੋਤੇ ਨੇ ਸਤਿ ਸ਼੍ਰੀ ਅਕਾਲ, ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ। 24 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਪ੍ਰੋਗਰਾਮ ਤੇ ਭਿੰਡਰ ਸਾਹਿਬ ਨੇ 24 ਸਾਲ ਭਿੰਡਰ ਸਾਹਿਬ ਨੇ ਬੜਾ ਮਤਲਬ ਸਾਡਾ ਸਾਥ ਦਿੱਤਾ ਜੀ, ਐਡਵਰਟਾਈਜ਼ਮੈਂਟ ਵੀ ਦਿੱਤੀ, ਔਰ ਨਾਲ ਉਹਨਾਂ ਸਮਿਆਂ ਦੇ ਵਿੱਚ ਕੈਸਟਾਂ ਲਿਆ ਕੇ ਨਾ ਪੱਟੀ ਸਾਹਿਬ, ਕੈਸਟਾਂ ਲਿਆ ਕੇ ਤੇ ਗਾਣੇ ਕਿਊ ਕਰਕੇ ਰੱਖਣੇ, ਘਰੇ ਮਿਹਨਤ ਕਰਨੀ, ਉਹਨੂੰ ਕਿਊ ਕਰਕੇ ਲਾ ਕੇ ਕੈਸਟਾਂ ਤੇ ਪਲੇ ਕਰਨਾ। ਸਾਡੇ ਕੋਲ ਸਟਿਲ ਅਜੇ ਵੀ ਕੈਸਟ ਪਲੇਅਰ ਹੈਗੀ ਆ। ਮੈਨੂੰ ਇੱਕ ਯਾਦ ਆ ਗਈ ਗੱਲ, ਇੱਕ ਗੀਤ ਦੀ ਫਰਮਾਇਸ਼ ਆਈ, ਭਿੰਡਰ ਸਾਹਿਬ ਨੂੰ ਸ਼ਾਇਦ ਯਾਦ ਨਾ ਹੋਵੇ, ਮੈਨੂੰ ਫਰਮਾਇਸ਼ ਆਈ, ਰੋਜ਼ ਫਰਮਾਇਸ਼ ਆਇਆ ਕਰੇ, ਦੂਜੇ ਤੀਜੇ ਦਿਨ ਫਰਮਾਇਸ਼ ਆ ਜਾ ਕਰੇ, ਬਈ ਬਾਈ ਯਾਰ ਗਾਣਾ ਲਾਵੀਂ। ਮੈਂ ਕਿਹੜਾ? ਕਹਿੰਦਾ ਤੀਰਥਾਂ ਤੇ ਜਾਣ ਵਾਲੀ ਹੈ, ਤੇਰੇ ਅੰਦਰੋਂ ਮੈਲ ਨਾ ਜਾਵੇ। ਉਹ ਸੀ ਫਿਲਮ ਮੋਰਨੀ ਦਾ ਗਾਣਾ, ਫਿਰ ਬੜੀ ਪੁਰਾਣੀ। ਚਲੋ ਕਾਲ ਲੈ ਲਈਏ ਪਹਿਲਾਂ, ਫਿਰ ਆਪਾਂ ਅੱਗੇ ਵਧਦੇ ਹਾਂ। 1 ਮਿੰਟ ਹੋਰ ਰੱਖਿਓ ਭਿੰਡਰ ਸਾਹਿਬ। ਹੈਲੋ ਗੰਡੂ ਜੀ, ਸਤਿ ਸ੍ਰੀ ਅਕਾਲ, ਤੁਸੀਂ ਏਅਰ ਤੇ ਹੋ। ਸਤਿ ਸ੍ਰੀ ਅਕਾਲ ਬੇਟਾ, ਕੀ ਹਾਲ ਚਾਲ ਆ? ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ, ਤੁਹਾਡਾ ਧੰਨਵਾਦ ਨਵੇਂ ਸਾਲ ਦੀਆਂ ਜੀ। ਤੇ ਓਕੇ, ਹੋਰ ਸਭ ਪਰਿਵਾਰ ਸਭ ਠੀਕ ਠਾਕ? ਪੱਟੀ ਸਾਹਿਬ, ਇਹ ਪਰਿਵਾਰ ਮਿਲਟਨ ਰਹਿੰਦਾ ਆ, ਤੇ ਜਦੋਂ ਅਸੀਂ ਕੋਈ ਡੋਨੇਸ਼ਨ ਲੈਣੀ ਹੋਵੇ ਨਾ ਤੇ ਹਸਬੈਂਡ ਵਾਈਫ ਤੁਰ ਕੇ ਉੱਥੋਂ ਗੱਡੀ ਚਲਾ ਕੇ, ਤੇ ਜੇ ਤੁਹਾਨੂੰ ਹੁਣ ਤੇ ਕਰੋਨਾ ਹੁਣ ਤਾਂ ਉੱਥੇ ਰੱਖ ਜਾਂਦੇ ਨੇ, ਨਹੀਂ ਤਾਂ ਹਰ ਵਕਤ ਆ ਕੇ ਤੇ ਆਪ ਇਹ ਡੋਨੇਸ਼ਨ ਦੇ ਕੇ ਜਾਂਦੇ ਨੇ। ਇਹਨਾਂ ਨਾਲ ਇਹੋ ਜਿਹਾ ਰਿਸ਼ਤਾ ਕਿ ਇਹਨਾਂ ਨੂੰ ਜਦੋਂ ਵੀ ਕਿਤੇ ਮਤਲਬ ਸਾਨੂੰ ਲੋੜ ਪਈ ਹੈ ਆਪਣੇ ਕੋਈ ਨਾਨੀ ਸੱਜਣਾ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ, ਇਹਨਾਂ ਦਾ ਨਾਮ ਪਹਿਲੀ ਕਤਾਰ ਦੇ ਵਿੱਚ ਹੁੰਦਾ। ਬਹੁਤ ਬਹੁਤ ਧੰਨਵਾਦ। ਹਾਂਜੀ ਭਿੰਡਰ ਸਾਹਿਬ, ਸੌਰੀ ਤੁਹਾਨੂੰ ਹੋਲਡ ਕੀਤਾ। ਮੈਂ ਇਹਨਾਂ ਨੂੰ ਭਿੰਡਰ ਸਾਹਿਬ ਨੂੰ ਜਾ ਕੇ ਕਿਹਾ, ਪੱਟੀ ਸਾਹਿਬ ਪੁਰਾਣੀ ਯਾਦ ਆ, ਬੜੇ ਸਾਲ ਪਹਿਲਾਂ ਦੀ ਗੱਲ ਆ ਜੀ, ਮੇਰੇ ਖਿਆਲ 'ਚ ਜ਼ਿਆਦਾ ਨਹੀਂ ਤੇ 20 ਸਾਲ ਪਹਿਲਾਂ, 22 ਸਾਲ ਪਹਿਲਾਂ ਦੀ ਗੱਲ ਆ। ਉਹ ਮਿੱਤਰ ਦਾ ਰੋਜ਼ ਹੀ ਫੋਨ ਆ ਜਾਵੇ, ਮਾਣੀ ਸੁਣਦੇ ਵੀ ਸ਼ਾਇਦ ਹੋਣਗੇ, ਯਾਰ ਮੈਂ ਚਾਵਲਾ ਜੀ ਉਹ ਤੁਹਾਨੂੰ ਗੀਤ ਕਿਹਾ ਇੱਕ ਤੁਸੀਂ ਹੈ ਨਾ, ਮੈਂ ਕਿਹਾ ਜੀ ਇਹਨਾਂ ਕੋਈ ਗਿਆ ਭਿੰਡਰ ਸਾਹਿਬ, ਮੈਂ ਕਿਹਾ ਫਿਲਮ ਆ ਮੋਰਨੀ।
ਉਹਦੇ 'ਚ ਗੀਤ ਆਪਾਂ ਨੂੰ ਇਹ ਉਦੋਂ ਨਾ ਹੁੰਦੀਆਂ ਸੀਗੀਆਂ ਆਪਣੇ ਕੈਸਟਾਂ VCR ਦੇ ਵਿੱਚ ਲਾ ਕੇ ਕੈਸਟਾਂ VCR ਦੇ ਵਿੱਚੋਂ ਕੈਸਟ ਲਾਈ, ਕੈਸਟ ਦੇ ਵਿੱਚੋਂ ਇਹਨਾਂ ਨੇ ਰਿਕਾਰਡਿੰਗ ਕੀਤੀ, ਚਾਹੇ ਯਾਦ ਨਹੀਂ ਇਹਨਾਂ ਨੂੰ, ਉਹ ਕੈਸਟ ਰਿਕਾਰਡ ਕੱਢ ਕੇ ਤੇ ਫਿਰ ਰੇਡੀਓ ਤੇ ਲਾਇਆ, ਫਿਰ ਜਾ ਕੇ ਸਾਡੇ ਉਸ ਸਰੋਤੇ ਦੀ ਜਿਹੜੀ ਸੀਗੀ ਤ੍ਰਿਸ਼ਨਾ ਪੂਰੀ ਹੋਈ। ਬੜਾ ਖੁਸ਼ ਹੋਇਆ। ਪਤਾ ਨਹੀਂ ਕੀ ਮਕਸਦ ਸੀ, ਕਿਹਨੂੰ ਸੁਣਾਉਣਾ ਸੀ, ਤੇਰੇ ਅੰਦਰੋਂ ਮਹਿਲਾਂ ਜਾਵੇ ਨੀ ਤੀਰਥਾਂ ਤੇ ਜਾਣ ਵਾਲੀਏ। ਇਹ ਮੁੜ ਕੇ ਕਹਿੰਦਾ ਅੱਜ ਮੈਂ ਉਹਨੂੰ ਕਹਿ ਕੇ ਲੱਗਣਾ ਗਾਣਾ ਨਾ ਅਨਾਉਂਸ ਕਰਤਾ, ਉਹਨੇ ਰਿਕਾਰਡਿੰਗ ਕੀਤਾ, ਮੁੜ ਕੇ ਰਿਕਾਰਡਿੰਗ ਕਰਕੇ ਰੱਖ ਲਿਆ, ਟੇਪ ਰਿਕਾਰਡਿੰਗ ਟੇਪਾਂ ਆਉਂਦੀਆਂ ਸੀ ਉਦੋਂ ਹੁਣ। ਸੋ ਇਹ ਯਾਦਾਂ ਨੇ ਜੀ ਪੁਰਾਣੀਆਂ ਸਾਡੀਆਂ ਪ੍ਰੋਗਰਾਮ ਦੇ ਨਾਲ ਜੁੜੀਆਂ ਹੋਈਆਂ। ਪਿੰਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਓਕੇ ਜੀ, ਸਤਿ ਸ਼੍ਰੀ ਅਕਾਲ। ਅੱਛਾ, ਇਹ ਮੇਰਾ ਯਾਰ ਇਹੋ ਜਿਹਾ ਵੀ ਔਖੀ ਘੜੀ ਦੇ ਵਿੱਚ ਵੀ ਇਹ ਨਹੀਂ ਕਿਹਾ ਬਈ ਮਤਲਬ ਗੱਲਾਂ ਦਾ ਹੀ ਯਾਰ ਆ। ਹਾਂਜੀ, ਇਹ ਇੱਕ ਵਾਰੀ ਮੌਕਾ ਪੜਿਆ ਸੀ ਤੇ ਦੋਵੇਂ ਭਰਾ ਡਾਂਗ ਫੜ ਕੇ ਵੀ ਆ ਗਏ ਸੀ ਨਾਲ ਵੀ ਆ ਜਾਓ ਜਦ ਚੱਲਣਾ ਤੇ ਚੱਲਦੇ ਆ। ਪਿੰਡਰ ਸਾਹਿਬ ਲਵ ਯੂ, ਥੈਂਕ ਯੂ ਵੈਰੀ ਮਚ। ਥੈਂਕ ਯੂ। ਬੜੀਆਂ ਯਾਦਾਂ ਨੇ ਜੀ। ਧਮਕੀਆਂ ਆ ਗਈਆਂ ਮੈਨੂੰ ਕਈ ਵਾਰੀ, ਕਹਿੰਦੇ ਤੈਨੂੰ ਗੱਲ ਬੜੀ ਤੂੰ ਟੇਢੀ ਜੀ ਕਰਦਾ। ਮੈਂ ਕਿਹਾ ਕੀ ਗੱਲ ਟੇਢੀ ਕਿਉਂ, ਗੱਲ ਤੇ ਸੱਚੀ। ਕਹਿੰਦੇ ਤੈਨੂੰ ਵੇਖਣਾ। ਮੈਂ ਕਿਹਾ ਕੋਈ ਗੱਲ ਨਹੀਂ, ਵੇਖ ਲਿਓ। ਹਾਂਜੀ, ਤੇ ਫਿਰ ਵੇਖਣ ਵਾਲਿਆਂ ਲਈ ਫਿਰ ਤੁਹਾਨੂੰ ਪਤਾ ਹੀ ਆ, ਫਿਰ ਭਰਾ ਵੀ ਨਾਲ ਚਾਹੀਦੇ ਹੁੰਦੇ ਆ। ਹਾਂਜੀ, ਵੈਲਕਮ ਜੀ। ਅਗਲੀ ਕਾਲ। ਹੈਲੋ ਚਲੋ ਕੱਟੀ ਗਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਚਾਵਲਾ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ। ਤੁਹਾਡੇ 24 ਸਾਲ ਪੂਰੇ ਹੋਣ ਤੇ। ਕਾਲਾ ਕਮੈਣੀਆਂ ਬੋਲਦਾ, ਬਹੁਤ ਬਹੁਤ ਮੁਬਾਰਕਾਂ ਜੀ, ਕੰਗ੍ਰੈਚੁਲੇਸ਼ਨ। ਮਿਹਰਬਾਨੀ। ਕਾਲਾ ਕੰਮੇ ਵਾਲੇ ਕੁਲਦੀਪ ਮਾਨਕ ਦਾ ਗੀਤ ਲੱਗਾ ਹੋਵੇ ਤੇ ਕਾਲੇ ਕੰਮੇ ਵਾਲੇ ਦਾ ਫੋਨ ਆਵੇ ਤੇ ਗੀਤ ਕਿਸੇ ਕੰਮ ਦਾ ਨਹੀਂ ਰਹਿੰਦਾ ਸਾਡੇ ਪ੍ਰੋਗਰਾਮ। ਅਗੇਨ ਬਹੁਤ ਬਹੁਤ ਮੁਬਾਰਕਾਂ ਬਾਈ ਜੀ, ਤੁਹਾਡਾ ਯਾਰ ਤੱਕ ਜਿਹੜਾ ਟਾਈਮ ਬਹੁਤ ਕੀਮਤੀ ਹੈ। ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਥੈਂਕ ਯੂ। ਬੜੇ ਜ਼ਬਰਦਸਤ ਫੈਨ ਨੇ ਜੀ ਇਹ ਮਾਨਕ ਸਾਹਿਬ ਦੇ। ਸਰਦਾਰ ਮਨਮੋਹਨ ਸਿੰਘ ਉਹਨਾਂ ਦੀ ਗੱਲ ਕਰਦੇ ਪਏ ਸਾਂ ਆਪਾਂ। ਸਿਹਤਯਾਬ ਹੋਏ ਨੇ, ਕਰੋਨਾ ਨੂੰ ਹਰਾ ਕੇ ਵਾਪਸ ਘਰ ਪਰਤੇ ਨੇ, ਕੀ ਕਹਿਣਾ ਚਾਹੋਗੇ? ਡਾਕਟਰ ਮਨਮੋਹਨ ਸਿੰਘ ਦੀ ਉਮਰ 88 ਸਾਲ ਹੈ। ਦੇਸ਼ ਦੇ ਵਿੱਚ ਦੋ ਬੰਦੇ ਹੋਏ, ਇੱਕ ਸਾਡਾ ਮਿਜ਼ਾਈਲ ਮੈਨ ਹੋਇਆ, ਇੱਕ ਸਾਡਾ ਤਜਾਰਤ ਮੈਨ ਹੋਇਆ, ਜਿਨ੍ਹਾਂ ਨੇ ਦੇਸ਼ ਨੂੰ ਵਰਲਡ ਲੈਵਲ ਤੇ ਖੜਾ ਕੀਤਾ। ਓਬਾਮਾ ਵਰਗੇ ਐਵੇਂ ਨਹੀਂ ਸੀ ਕਹਿੰਦੇ ਵੀ ਜਦੋਂ ਡਾਕਟਰ ਮਨਮੋਹਨ ਸਿੰਘ ਬੋਲਦੇ ਤੇ ਦੁਨੀਆ ਸੁਣਦੀ ਹੈ, ਉਹਦਾ ਕਾਰਨ ਸੀ ਕੋਈ। ਹੁਣ ਡਾਕਟਰ ਮਨਮੋਹਨ ਸਿੰਘ 19 ਤਰੀਕ ਤੋਂ ਇਹ ਕਰੋਨਾ ਪੀੜਿਤ ਹੋਏ। ਜਦੋਂ ਇਹਨਾਂ ਕੋਈ ਦਾ ਪਤਾ ਲੱਗਾ, ਟੈਸਟ ਕਰਾਇਆ ਤੇ ਫਿਰ ਇਮੀਡੀਏਟਲੀ ਇਹਨਾਂ ਨੂੰ ਏਮਸ ਦੇ ਟਰਾਮਾ ਵਾਰਡ ਦਾਖਲ ਕਰਾਉਣਾ। ਜਦੋਂ ਦਾਖਲ ਕਰਾਇਆ, ਆਪਾਂ ਖਬਰ ਦਿੱਤੀ ਸੀ, ਲੋਕਾਂ ਨੇ ਬੜੀਆਂ ਅਰਦਾਸਾਂ ਕੀਤੀਆਂ ਸੀ ਕਿ ਇਸ ਸ਼ਖਸ ਨੂੰ ਕੁਛ ਨਹੀਂ ਹੋਣਾ ਚਾਹੀਦਾ, ਸੁੱਖੀ ਸੰਦੀ ਆਪਣੇ ਘਰ ਵਾਪਸ ਲਓ। ਉਮਰ ਦਾ ਤਕਾਜ਼ਾ ਬੜਾ ਸੀਗਾ, ਲੇਕਿਨ ਸਭ ਤੋਂ ਵੱਡੀ ਗੱਲ ਇੱਕ ਤਾਂ ਉਹਨਾਂ ਦਾ ਹੌਸਲਾ ਦਿਰੜ ਦਾ, ਤੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਦੋਵੇਂ ਟੀਕੇ ਕਰੋਨਾ ਦੇ ਲਵਾ ਚੁੱਕੇ। ਅੱਛਾ, ਜਿਹਦਾ ਉਹਨਾਂ ਨੂੰ ਮੇਨ ਬੈਨੀਫਿਟ ਪੁੱਜਾ। ਉਹ ਹਰਾ ਕੇ ਅੱਜ ਬਿਲਕੁਲ ਤੰਦਰੁਸਤ ਹੋ ਗਏ ਤੇ ਟਰੋਮਾ ਵਾਰਡ ਤੋਂ ਜਿਹੜੇ ਸੀ ਆਪਣੇ ਘਰ ਆਏ ਤੇ ਸਾਰੇ ਲੀਡਰਾਂ ਨੇ ਸਭ ਨੂੰ ਵਧਾਈ ਦਿੱਤੀ ਉਹਨਾਂ ਨੂੰ ਕਿ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਤੁਹਾਡੀ ਸਤਿਗੁਰੂ ਵੱਡੀ ਵੱਡੀ ਉਮਰ ਕਰੇ। ਅਸੀਂ ਸੋਚਦੇ ਹਾਂ ਕਿ ਇਹੋ ਜਿਹੇ ਬੰਦੇ ਕਿਤੇ ਲੱਭਦੇ ਕਿਤੇ। ਚਾਵਲਾ ਸਾਹਿਬ ਸਾਡੇ ਕੋਲ ਗੁਰਸ਼ਰਨ ਸਿੰਘ ਭੱਲਾ ਨੇ, ਉਹ ਵੀ ਸਾਥੀ ਨੇ ਡਾਕਟਰ ਸਾਹਿਬ। ਗੁਰਸ਼ਰਨ ਸਿੰਘ ਭੱਲਾ ਇਹੋ ਜਿਹੇ ਤਜਾਰਤੀ ਬੰਦੇ ਨੇ ਕਿ ਉਹਨਾਂ ਕੋਲ ਕਈ ਛੋਟੇ ਦੇਸ਼ਾਂ ਦੇ ਬੰਦੇ ਆਪਣੇ ਬਜਟ ਤਿਆਰ ਕਰਾਉਂਦੇ। ਇੰਨਾ ਬੰਦਾ ਇੰਟੈਲੀਜੈਂਟ, ਅਸੀਂ ਸਾਡੀ ਕੌਮ ਨੇ ਕੋਈ ਫਾਇਦਾ ਨਹੀਂ ਲਿਆ ਉਹਨਾਂ ਦਾ। ਉਹਨਾਂ ਦੇ ਯਾਰ ਤੋਂ ਜਦੋਂ ਕਿਤੇ ਦੋ ਪੈਗ ਦੇ ਕੇ ਲਾ ਦਿੰਦੇ ਆ ਨਾ, ਉਹ ਕਹਿਣਗੇ ਓਏ ਭੱਲਾ ਥੱਲੇ ਅੱਲਾ, ਥੱਲੇ ਭੱਲਾ ਤੇ ਉੱਤੇ ਅੱਲਾ। ਮਤਲਬ ਕਿੰਨੀ ਵੱਡੀ ਉਹਦੀ ਉਸਤਤ ਕਰਦੇ। ਤੇ ਇਸ ਕਰਕੇ ਸਾਡੇ ਤਜਾਰਤਮੈਨ ਜਿਹੜੇ ਸਾਡੇ ਡਾਕਟਰ ਮਨਮੋਹਨ ਸਿੰਘ ਆ, ਉਹਨਾਂ ਦੀ ਵੀ ਸਾਨੂੰ ਕੀ ਦੇਣ ਹੈਗੀ ਆ। ਅਸੀਂ ਕਹਿੰਦੇ ਵਾਹਿਗੁਰੂ ਉਹਨਾਂ ਦੀ ਵੱਡੀ ਵੱਡੀ ਉਮਰ ਕਰੇ, ਉਹ ਤੰਦਰੁਸਤ ਰਹਿਣ ਤੇ ਇਸ ਤਰ੍ਹਾਂ ਦੇਸ਼ ਦੀ ਤੇ ਕੌਮ ਦੀ ਸੇਵਾ ਕਰਦੇ ਰਹਿਣ। ਵੇਖੋ ਗੱਲ ਇਹ ਆ ਕਿ ਜੇ ਹੁਣ ਭੱਲਾ ਆ ਤੇ ਭੱਲਾ ਜੇ ਕਵੇ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਈ ਆ ਕੇ ਮੈਂ ਤੁਹਾਨੂੰ ਦੱਸਣਾ ਵੀ ਕਿਵੇਂ ਤੁਸੀਂ ਕੌਮ ਪ੍ਰਤੀ, ਸਮਾਜ ਪ੍ਰਤੀ, ਦੇਸ਼ ਪ੍ਰਤੀ ਜੋ ਗੁਰੂ ਨਾਨਕ ਮਹਾਰਾਜ ਦਾ ਮਿਸ਼ਨ ਹੈ ਉਹਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਜਾਣ ਪ੍ਰਤੀ, ਜਾਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਖਾਲਸੇ ਦੀ ਸਾਜਨਾ ਪ੍ਰਤੀ ਜੋ ਤੁਸੀਂ ਆਪਣਾ ਇਹ ਧੰਨਵਾ ਤੁਹਾਡਾ ਜਿਹੜਾ ਗੁਰੂ ਦੀ ਗੋਲਕ ਹੈ ਉਸਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਇਹਨੂੰ ਹੋਰ ਤਰੱਕੀ ਵਾਲੇ ਪਾਸੇ ਕੌਮ ਨੂੰ ਲੈ ਕੇ ਜਾਈਏ, ਮੈਂ ਸਲਾਹ ਦੇਣੀ ਚਾਹੁੰਦਾ। ਹਾਂਜੀ, ਇਹਨਾਂ ਨੇ ਵੜਨ ਦੇਣਾ ਉੱਥੇ?
ਨਹੀਂ ਉੱਥੇ ਇਹੋ ਜਿਹੇ ਕੰਮ ਦੀ ਤਾਂ ਕੱਲ ਲੋੜ ਨਹੀਂ ਹੈਗੀ। ਹਾਂ ਮੈਂ ਲੋੜ ਕਿਉਂ ਨਹੀਂ ਹੈਗੀ, ਕਿਉਂਕਿ ਪੈਸਾ ਵੜ ਨਹੀਂ ਦਿੰਦੇ ਤੇ ਬਹੁਤ ਗਿਣਤੀ ਕੋਲ ਬੰਦੇ ਜਿਹੜੇ ਵੜ ਨਹੀਂ ਦਿੰਦੇ ਉੱਥੇ। ਨਾ ਉੱਥੇ ਬਈ ਉੱਥੇ ਭੱਲਾ ਨਾ, ਜੇ ਬਰਾੜ ਲੱਗਾ ਹੋਵੇ, ਸੰਧੂ ਲੱਗਾ ਹੋਵੇ, ਰੰਧਾਵਾ ਲੱਗਾ ਹੋਵੇ, ਕੁਝ ਇਹੋ ਜਿਹੇ ਲੱਗੇ ਹੁਣ ਨਾ, ਹਾਂਜੀ ਵੱਡੀ ਸਾਰੀ ਫੜੀ ਹੋਵੇ ਡਾਂਗ, ਤੇ ਫਿਰ ਭਾਵੇਂ ਆਪਣਿਆਂ ਨੂੰ ਕੁੱਟਣ ਵਾਲਿਆਂ 'ਚ ਭਰਤੀ ਹੋ ਜੇ ਵੀ ਆ ਜਾ ਤੂੰ। ਸਾਡੇ ਕੁਝ ਜਸਵੰਤ ਸਿੰਘ ਕੰਵਲ ਸੀਗੇ, ਸਰਦਾਰਾ ਸਿੰਘ ਜੌਲ ਨੇ, ਸਾਡੇ ਕੋਲ ਇੱਕ ਡਾਕਟਰ ਨਾ ਭੁੱਲ ਗਿਆ, ਘਾਟਾ ਥੋੜੀ ਕੌਮ ਕੋ ਨਾ ਸਰਮਾਏ ਦਾ ਘਾਟਾ, ਉਹਨਾਂ ਬੰਦੇ ਲਾਗੇ ਲੱਗਣ ਦੇਣਾ ਆਪਾਂ ਤੇ ਇਹਨਾਂ ਨੇ ਕੋਈ ਚਾਹੀਦਾ ਕੰਮ ਦਿੱਤਾ ਕਰ ਲਈ ਕੋਈ ਲੱਗ ਦੇਣਾ, ਨਾ ਦਾਨੀ ਸੱਜਣਾ ਦਾ ਘਾਟਾ, ਨਾ ਕੁਰਬਾਨੀਆਂ ਕਰਨ ਵਾਲਿਆਂ ਦਾ ਘਾਟਾ, ਹਾਂਜੀ, ਤੇ ਘਾਟਾ ਗਦਾਰਾਂ ਦਾ ਵੀ ਨਹੀਂ ਆ, ਪਰ ਗੱਲ ਹੈ ਗਦਾਰਾਂ ਦਾ ਬੋਲ ਬਾਲਾ ਜ਼ਿਆਦਾ ਆ। ਅੱਛਾ, ਜੋਰਾਵਰਾਂ ਦਾ 3700 ਇੱਥੋਂ ਸਾਬਤ ਹੁੰਦਾ। ਰਾਤੀ ਖਬਰ ਰਹਿ ਗਈ ਸੀ, 1-2 ਖਬਰਾਂ ਆਪਾਂ ਤੈਅ ਕਰਨੀਆਂ ਨੇ, ਉਦੋਂ ਬਾਅਦ ਆਪਾਂ ਬਾਗਿਆ ਲੈ ਲੈਣੀਆਂ। ਜਾਨ ਜ਼ਰੂਰੀ ਜਾਂ ਸ਼ਕਤੀ ਪ੍ਰਦਰਸ਼ਨ, ਜਾਨ ਜ਼ਰੂਰੀ ਜਾਂ ਸ਼ਕਤੀ ਪ੍ਰਦਰਸ਼ਨ। ਹੱਥ ਵੀ ਜੋੜੇ ਕਿ ਵੀਰ ਜੀ ਕਰੋਨਾ ਕਰਕੇ ਕਿਸੇ ਨੇ ਵੀਡੀਓ ਤੇ ਫੋਟੋ ਨਹੀਂ ਕਰਨੀ। ਰਾਬਨਹੁੱਡ ਕੀ ਕਹਿਣਾ ਚਾਹੋਗੇ? ਇੱਕ ਕਾਲ ਲੈ ਲਈ, ਮੇਰੇ ਕਾਲ ਆ ਰਹੀ ਹੈ ਪੱਟੀ ਸਾਹਿਬ, ਇੱਕ ਮਿੰਟ ਸੈੱਲ ਫੋਨ ਤੇ। ਕਰਮ ਪੁਰਬਾ ਜੀ, ਵੈਲਕਮ ਜੀ, ਗੁੱਡ ਮਾਰਨਿੰਗ। ਥੈਂਕ ਯੂ, ਹੈਪੀ ਬਰਥਡੇ ਵੀਰ ਜੀ। ਥੈਂਕ ਯੂ ਭੈਣ ਜੀ, ਸੋ ਨਾਈਸ, ਥੈਂਕ ਯੂ ਵੈਰੀ ਮਚ। ਇੰਨਾ ਸੱਚ ਵੀ ਨਾ ਬੋਲਿਆ ਕਰੋ, ਸੱਚ ਕੌੜਾ ਹੁੰਦਾ। ਕੋਈ ਨਹੀਂ, ਹੁਣ ਕੀ ਹੁਣ ਹੋ ਗਿਆ, ਹੁਣ ਜਿਹੜਾ ਬੋਲਿਆ ਗਿਆ ਹੁਣ ਪਿੱਛੇ ਤੇ ਹਟ ਨਹੀਂ ਸਕਦੇ। ਨਹੀਂ ਮੈਂ ਉਹ ਗੱਲ ਕਰਦੀ ਹਾਂ, ਸੱਚ ਕੌੜਾ ਹੁੰਦਾ। ਚਲੋ ਕੋਈ ਨਹੀਂ, ਇਹ ਥੋੜੇ ਨੇ ਤੇ ਆਸ਼ੀਰਵਾਦ ਦੇਣ ਵਾਲੇ ਜ਼ਿਆਦਾ ਨੇ। ਹਾਂਜੀ ਨਹੀਂ ਤੁਹਾਡਾ ਪ੍ਰੋਗਰਾਮ ਕੰਮ ਤੇ ਸੁਣੀਦਾ ਅਸੀਂ ਵੀ। ਹਾਂਜੀ, ਆਸ਼ੀਰਵਾਦ ਦੇਣ ਵਾਲੇ ਜ਼ਿਆਦਾ ਨੇ, ਆਪਾਂ ਨੂੰ ਆਸ਼ੀਰਵਾਦ ਦੇਣ ਵਾਲੇ ਚਾਹੀਦੇ ਨੇ, ਲੱਤਾਂ ਖਿੱਚਣ ਵਾਲੇ ਦੀ ਕੋਈ ਗੱਲ ਨਹੀਂ। ਤਾਂ ਨਹੀਂ, ਸੱਚ ਦਾ ਹੀ ਸਾਥ ਦੇਈਦਾ, ਸੱਚ ਬੋਲਣ ਵਾਲੇ ਦਾ ਹੀ ਸਾਥ ਦੇਈਦਾ। ਥੈਂਕ ਯੂ ਓਕੇ, ਥੈਂਕ ਯੂ ਜੀ। ਹਾਂਜੀ ਭੱਟੀ ਸਾਹਿਬ। ਚਾਵਲਾ ਸਾਹਿਬ, ਇਹਦੇ ਨਾਲ ਪਹਿਲਾਂ ਮੈਂ ਦੂਜੀ ਖਬਰ ਜੋੜਦੀ ਜੀ। ਜਿਹੜੇ ਲੋਕ 1984 ਦੇ ਵਿੱਚ, ਨਵੰਬਰ 1984 ਦੇ ਵਿੱਚ ਗੁਰਦੁਆਰੇ ਲੱਭਦੇ ਸੀ ਸਾੜਨ ਵਾਸਤੇ ਤੇ ਸਿੱਖਾਂ ਨੂੰ ਮਾਰਨ ਵਾਸਤੇ, ਅੱਜ ਉਹਨਾਂ ਗੁਰਦੁਆਰੇ ਦੇ ਵਿੱਚ ਜਾ ਕੇ ਉਹ ਮੱਥਾ ਭਾਵੇਂ ਟੇਕਣ ਆਕਸੀਜਨ ਲੱਭਦੇ ਸੀ, ਆਕਸੀਜਨ। ਜੀ ਬਹੁਤ ਸਾਰੇ ਸਿੱਖਾਂ ਨੇ ਗੁਰਦੁਆਰਿਆਂ ਤੇ ਆਕਸੀਜਨ ਦੇ ਲੰਗਰ ਲਾਤੇ ਕਿ ਲੈ ਜਾਓ ਜਿੰਨੀ ਚਾਹੀਦੀ, ਭਾਵੇਂ ਜੋ ਮਰਜ਼ੀ ਹੋਵੇ। ਬਲਜਿੰਦਰ ਸਿੰਘ ਸਿਰਸਾ ਨੇ ਇੱਕ ਕੰਮ ਵਧੀਆ ਕੀਤਾ, ਉਹਨਾਂ ਕਿਹਾ ਜੀ ਆਕਸੀਜਨ ਪਈ ਆ, ਜਿਹਨੂੰ ਲੋੜ ਲੈ ਫਰੀ ਦੇਵਾਂਗੇ, ਪੈਸਾ ਕੋਈ ਨਹੀਂ ਲਵਾਂਗੇ, ਭਾਵੇਂ ਉਹ 10 ਬੰਦਿਆਂ ਨੂੰ ਦੇਣ ਤੇ ਭਾਵੇਂ 20 ਬੰਦਿਆਂ ਨੂੰ ਦੇਣ। ਤੇ ਅੱਜ ਉਹੀ ਲੋਕ ਜਿਹੜੇ ਗੁਰਦੁਆਰੇ ਸਾੜਨ ਵਾਲੇ ਸੀ, ਗੁਰਦੁਆਰੇ ਲੱਭਦੇ ਆਸੂ ਜ਼ਿੰਦਗੀ ਲੈਣ ਵਾਸਤੇ। ਜੀ ਚਲੋ ਕਿਤੇ ਫੇਰ ਸਮਝ ਜਾਣ, ਪਰ ਸਮਝਣਾ ਔਖਾ। ਚਲੋ ਕੋਈ ਗੱਲ ਨਹੀਂ, ਆਪਣਾ ਗੱਲ ਸਾਂਝੀ ਕਰਨੀ ਵੀ ਆਕਸੀਜਨ ਗੁਰਦੁਆਰੇ ਚ ਮਿਲਦੀ ਹੈ ਜੀ, ਜ਼ਿੰਦਗੀ ਮਿਲਦੀ ਗੁਰਦੁਆਰੇ ਤੇ, ਆਜੋ ਲੈ ਜਾਓ ਆ ਕੇ। ਜੋ ਪਿੱਛੇ ਹੈ ਉਹਨੂੰ ਬਿਲਕੁਲ ਅਸੀਂ ਛੱਪ ਭੁੱਲ ਜਾਂਦੇ, ਚਲੋ ਕੋਈ ਗੱਲ ਨਹੀਂ, ਚੱਲਦਾ ਰਹਿੰਦਾ, ਦੁਨੀਆਦਾਰੀ ਹੈਗੀ, ਫਿਰ ਕੀ ਹੈ। ਹੁਣ ਆਪਾਂ ਗੱਲ ਕੀਤੀ ਸੀ ਜਾਨ ਜ਼ਰੂਰੀ ਜਾਂ ਸ਼ਕਤੀ ਪ੍ਰਦਰਸ਼ਨ। ਜੀ ਇਹ ਰੋਬਨ ਬਰਾੜ ਨੇ, SOI ਦੇ ਮੈਂਬਰ ਪ੍ਰਧਾਨ ਨੇ, ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ, ਸਾਰੀਆਂ ਫੈਡਰੇਸ਼ਨਾਂ ਨੂੰ ਲਾਂਭੇ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਵਿਦਿਆਰਥੀਆਂ ਦੀ ਜਥੇਬੰਦੀ ਬਣਾਈ। ਉਹ ਕੱਲ ਬਾਦਲ ਪਿੰਡ ਦੇ ਵਿੱਚ 200 ਬੰਦਾ ਆ ਗਿਆ, ਜਦੋਂ ਕਿ ਬੈਨ ਆ ਵੀ ਤੁਸੀਂ 10 ਬੰਦਿਆਂ ਤੋਂ ਬਾਅਦ ਇਕੱਠੇ ਨਹੀਂ ਹੋ ਸਕਦੇ, ਉਹ ਵੀ ਸੋਸ਼ਲ ਡਿਸਟੈਂਸ ਰੱਖ ਕੇ, ਮਾਸਕ ਪਾ ਕੇ। ਉਹ ਕਹਿੰਦਾ ਭਾਈ ਵੀਰੋ, ਨਾ ਕੋਈ ਵੀਡੀਓ ਬਣਾਵੇ ਨਾ ਕੋਈ ਫੋਟੋ ਲਾਵੇ, ਲੇਕਿਨ ਉਹਦੇ ਕਹਿਣ ਤੋਂ ਪਹਿਲਾਂ ਅਗਲੇ ਫੋਟੋ ਵੀ ਲਾ ਲਈ ਸੀ ਤੇ ਵੀਡੀਓ ਬਣਾ ਲਈ ਤੇ ਵਾਇਰਲ ਵੀ ਕਰ ਦਿੱਤੀ ਸੀ। ਜਦੋਂ 23 ਅਪ੍ਰੈਲ ਨੂੰ ਉੱਥੇ ਕਾਂਗਰਸ ਦਾ ਫੰਕਸ਼ਨ ਹੋਇਆ ਸੀ ਤੇ ਇਹਨਾਂ ਬਕਾਇਦਾ ਤੌਰ ਤੇ ਉਹਨਾਂ ਦੇ ਪਰਚਾ ਕਰਾਇਆ ਸੀ ਤੇ ਇਹਨਾਂ ਨੇ ਜਿਹੜੀ ਸਾਵਧਾਨੀ ਉਹਨਾਂ ਦੀ ਉਲੰਘਣਾ ਕੀਤੀ। ਤੇ ਫਿਰ ਕੱਲ ਜਦੋਂ ਪੱਤਰਕਾਰਾਂ ਨੇ ਪੁੱਛਿਆ ਮਹਾਰਾਜ ਜੀ DC ਸਾਹਿਬ ਵੱਲੋਂ ਕੀ ਪਰਚਾ ਕਰਤਾ, ਜਿਹੜੇ ਹੁਣ ਇਕੱਠ ਦਾ ਕੀ ਕਰ ਰਹੇ? ਕਹਿੰਦੇ ਪਰਚਾ ਕਰਾਂਗੇ। ਤੇ ਪਰਚਾ ਕਾਂਗਰਸੀ ਤੇ ਹੋਇਆ ਤੇ ਪਰਚਾ ਅਕਾਲੀਆਂ ਤੇ ਹੋਇਆ। ਜਿਹੜੇ ਬੰਦੇ ਜ਼ਿੰਮੇਵਾਰ ਆ, ਜਿਹਨਾਂ ਸਾਨੂੰ ਗਾਈਡ ਕਰਨਾ ਵਾ, ਜਿਹਨਾਂ ਸਾਨੂੰ ਦੱਸਣਾ ਵਾ, ਜੇ ਉਹ ਗਲਤੀਆਂ ਕਰਦੇ ਤੇ ਆਮ ਲੋਕਾਂ ਦਾ ਕੀ ਹਾਲ ਹੋ ਜੀ। ਪੁਲਿਸ ਨੂੰ ਹੀ ਚਾਹੀਦਾ, ਇੱਥੇ ਰਿਕਸ਼ੇ ਵਾਲੇ ਦੇ ਮਾਸਕ ਨਾ ਪਾਉਣ ਤੇ ਮਾਰ ਡਾਂਗਾ ਤੁਸੀਂ ਪਿੰਡਾਂ ਖਿਲਾ ਦਿੰਦੇ ਹੋ। ਬਿਲਕੁਲ। ਜੇ ਉਹ ਕਿਤੇ ਘਰ ਜਾਣਗਾ ਲੇਟ ਤਾਂ ਤੁਸੀਂ ਉਹਦੀ ਕੁੱਟਮਾਰ ਕਰ ਦਿੰਦੇ, ਸ਼ਰਮ ਕਰਦੇ ਹੋ। ਫਿਰ ਉਹਦੇ ਵਿਚਾਰੇ ਕੋਈ ਕੁੱਟ ਖਾਣ ਤੁਸੀਂ ਕੁਛ ਨਹੀਂ ਹੁੰਦਾ। ਬਿਲਕੁਲ ਬੇਵਸ।
ਲੇਕਿਨ ਪੁਲਿਸ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ, ਇੱਥੇ ਜਾ ਕੇ ਡਾਂਗ ਫੇਰ ਕਿਉਂ ਨਹੀਂ ਫੇਰਦੇ ਫਿਰ ਇੱਥੇ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ, ਇੱਥੇ ਜਾ ਕੇ ਸੁੰਦ ਮਾਰਨੇ ਵਾਲੇ ਤੁਸੀਂ ਬਹੁਤ ਕੀਤਾ ਜੀ। ਹਾਂ ਸਹੀ ਗੱਲ। ਹੋਵੇ ਸਰ ਕੈਨੇਡਾ ਹੋਵੇ, ਅਮਰੀਕਾ ਹੋਵੇ, ਕਿਸੇ ਪੁਲਿਸ ਵਾਲੇ ਇੱਕ ਸਿਪਾਹੀ ਹੋਵੇ, ਉਹਨੇ ਆਪਣੀ ਕਾਰਵਾਈ ਕਰਨੀ ਹੈ, ਤੁਸੀਂ ਲੰਘਣਾ ਕਿਤੇ ਤੋਂ ਮਰਜ਼ੀ ਹੋਵੇ। ਬਿਲਕੁਲ ਬਿਲਕੁਲ ਬਿਲਕੁਲ। ਇੱਥੇ ਤੇ ਪੁਲਿਸ ਦੀ 1000 ਥਾਂ ਤੇ ਗੱਡੀ ਖਲੋਤੀ ਹੋਵੇ ਨਾ ਤੇ ਲਾਈਟਾਂ ਜਗਦੀਆਂ ਹੁਣ ਚਾਹੇ ਨਾ ਜਗਦੀਆਂ ਹੁਣ, ਉਹ ਵੀ ਕੀ ਕਰਦੇ, ਗੱਡੀ ਦੀਆਂ ਲਾਈਟਾਂ ਆਨ ਕਰ ਦਿੰਦੇ ਨੇ ਤੇ ਗੱਡੀਆਂ ਖਿਲਾ ਰਹੀਆਂ ਹੁੰਦੀਆਂ ਨੇ ਦੂਰ ਦਰੇਡੇ, ਜਦੋਂ ਖਾਸ ਤੌਰ ਤੇ ਕ੍ਰਿਸਮਸ ਜਾਂ ਇਹੋ ਜਿਹੇ ਦਿਨ ਤਿਉਹਾਰ ਆਉਂਦੇ ਨੇ। ਵੈਸੇ ਹੀ ਬੰਦੇ ਇੱਥੋਂ ਦੇ ਕੁਝ ਨੂੰ ਛੱਡ ਕੇ ਕੁਛ ਇੱਕ ਜਿਹੜੇ ਨੇ ਨਵਾਂ ਸ਼ੌਂਕ, ਨਵਾਂ ਮਹਿੰਗੀਆਂ ਗੱਡੀਆਂ ਜਿਹੜੀਆਂ ਉਹ ਲਈਆਂ ਹੁੰਦੀਆਂ ਨੇ ਤੇ ਰੇਸ ਲਾਉਣੀ ਹੁੰਦੀ ਆ ਵੀ ਆ ਇੱਧਰ ਸ਼ਾਇਦ ਖੁੱਲ੍ਹੇ ਇਲਾਕਿਆਂ 'ਚ ਜਾ ਕੇ ਸ਼ਾਇਦ ਇੱਧਰ ਕੋਈ ਪੁਲਿਸ ਵਾਲਾ ਹੈ ਨਹੀਂ ਗਾ, ਪਰ ਉਹ ਕਾਬੂ ਉੱਧਰ ਹੀ ਜ਼ਿਆਦਾ ਆਉਂਦੇ ਨੇ, ਉੱਧਰ ਜਾ ਕੇ ਰੇਸਾਂ ਲਾਉਂਦੇ ਨੇ। ਉਹੋ ਜਿਹੇ ਕੁਝ ਇੱਕ ਨੂੰ ਛੱਡ ਕੇ ਲੋਕ ਪ੍ਰੋਟੋਕਾਲ ਫੋਲੋ ਕਰਦੇ ਨੇ ਜੀ, ਭਾਵੇਂ ਸਟਾਪ ਸਾਈਨ ਹੋਵੇ ਚਾਹੇ ਨਾ ਹੋਵੇ, ਲੈਫਟ ਰਾਈਟ ਟਰਨ ਸਿਗਨਲ ਦੇ ਕੇ ਜਾਣਾ, ਗੱਡੀ ਖਿਲਾਰਨੀ ਆ ਆਲਵੇਜ਼ ਸਟਾਪ ਤੇ ਖਿਲਾਰਦੇ ਨੇ। ਪੁਲਿਸ ਵਾਲਾ ਆ ਕੇ ਜੇ ਟਿਕਟ ਦਿੰਦਾ ਹੈ ਜਾਂ ਕੋਈ ਵੀ ਕਿਸੇ ਤਰੀਕੇ ਨਾਲ ਜੋ ਵੀ ਗਲਤ ਕੰਮ ਕਰਦਾ, ਇੱਥੇ ਕੋਈ ਕਿਸੇ ਦਾ ਮਤਲਬ ਮਜਾਲ ਹੈ, ਕਿਸੇ ਪ੍ਰਧਾਨ ਮੰਤਰੀ ਦਾ ਫੋਨ ਆ ਜਾਏ ਜਾਂ ਮੈਂਬਰ ਪਾਰਲੀਮੈਂਟ ਦਾ ਫੋਨ ਆ ਜਾਏ ਜਾਂ ਕੋਈ MLA ਦਾ ਫੋਨ ਆ ਜਾਏ ਜਾਂ ਕੋਈ ਇੱਥੇ ਕੋਈ ਮਤਲਬ ਕੀ ਕਹਿ ਲਓ ਕਿ 4 ਕਿਸ਼ੋਰ ਲੈ ਕੇ ਤੁਰਿਆ ਫਿਰਦਾ ਤੇ ਮਹੱਲੇ ਦਾ ਪ੍ਰਧਾਨ ਬਣਿਆ ਹੋਵੇ, ਇਹੋ ਜਿਹੇ ਦਾ ਕੋਈ ਫੋਨ ਨਹੀਂ ਆਉਂਦਾ। ਉਹ ਤਾਂ ਭੱਜਦੇ ਕੋਹਾਂ ਦੂਰ ਵੀ ਜੇ ਫੋਨ ਕਰਕੇ ਅਸੀਂ ਮੀਡੀਆ ਦੇ ਵਿੱਚ ਆਪਣੀ ਛਿੱਲ ਲਵਾਉਣੀ। ਇੱਕ ਲੜਕੀ ਨੇ ਹਿੰਮਤ ਕੀਤੀ ਸੀ ਇੰਡੀਆ ਦੇ ਵਿੱਚ, IPS ਅਫਸਰ ਸੀ, ਜਿਹਨੇ ਕਰੇਨ ਪਾ ਕੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦੇ ਕਾਫਲੇ ਦੀ ਗੱਡੀ ਰੌਂਗ ਸਾਈਡ ਤੇ ਜਿਹੜੀ ਪਈ ਸੀ ਉਹ ਚੁੱਕ ਕੇ ਲਈ। ਹਾਂਜੀ ਹਾਂਜੀ। ਬਕਾਇਦਾ ਤੌਰ ਤੇ ਦਾ ਚਲਾਨ ਕੀਤਾ, ਚਲਾਨ ਭਰਨਾ ਪਿਆ। ਤੇ ਉਹਦਾ ਨਾਂ ਸੀ ਕਿਰਨ ਬੇਦੀ, ਤੇ ਲੋਕ ਉਹਨੂੰ ਕਿਰਨ ਬੇਦੀ ਨਹੀਂ ਕਹਿੰਦੇ, ਕਰੇਨ ਬੇਦੀ ਕਹਿੰਦੇ। ਜਿੱਥੇ ਵੀ ਜਾ ਕੇ ਲੱਗਦੀ ਸੀ ਉਹ ਕੰਮ ਇਹ ਕਰਦੀ ਸੀ, ਲੋਕ ਅੱਧੇ ਕੁ ਵੈਸੇ ਸਿੱਧੇ ਹੋ ਜਾਂਦੇ ਸੀ, ਲੇਕਿਨ ਉਹਨੂੰ ਕਿਸੇ ਵੀ ਪੋਸਟ ਦਾ DGP ਨਹੀਂ ਲਾਇਆ। ਕਿਉਂ ਨਹੀਂ ਲਾਇਆ? ਤੇ ਇਹਨੇ ਆਖੀ ਨਹੀਂ ਮੰਨਣੀ ਕਿਸੇ ਨੇ, ਆਖੇ ਲੱਗਣਾ ਨਹੀਂ ਕਿਸੇ ਨੇ। ਜੇ ਲਾਉਂਦੇ ਤੇ ਸ਼ਾਇਦ ਉੱਥੇ ਵੀ ਕਾਫੀ ਸੁਧਾਰ ਕਰਦੀ, ਕਿ ਜਦੋਂ ਇਹੋ ਜਿਹਾ ਸਖਤ ਬੰਦਾ ਆ ਜਾਂਦਾ ਉਹਦੇ ਅੱਧੇ ਬੰਦੇ ਵੈਸੇ ਸਿੱਧੇ ਹੋ ਜਾਂਦੇ ਵੀ ਯਾਰ ਇਹਨੇ ਕਿਹੜਾ ਬਖਸ਼ਣਾ ਕਿਸੇ ਨੂੰ। ਬਿਲਕੁਲ ਬਿਲਕੁਲ। ਅੱਛਾ ਚਲੋ, ਉਦੋਂ ਮੀਡੀਆ ਚੰਗਾ ਸੀ, ਅਫਸਰ ਚੰਗੇ ਸੀ, ਲੀਡਰ ਵੀ ਚੰਗੇ ਸੀ, ਦੇਸ਼ ਤਰੱਕੀ ਇੱਥੋਂ ਤੱਕ ਰਹਿਵੇ ਨਹੀਂ ਕਰ ਗਿਆ, ਦੇਸ਼ ਦੇ ਨੇਤਾ ਵੀ ਚੰਗੇ ਸਨ ਬਹੁਤ ਸਾਰੇ। ਹਾਂਜੀ, ਆਹ ਤਾਂ ਹੁਣ ਹੌਲੀ ਘੁਟਾਲਿਆਂ ਨੇ ਇਹੋ ਜਿਹਾ ਘੁਟਾਲਾ ਕਰਤਾ ਕਿ ਮਹਾਂ ਘੁਟਾਲੇ ਨੂੰ 10-20 ਕਰੋੜ ਦੇ ਘੁਟਾਲੇ ਨੂੰ ਤੇ ਘੁਟਾਲਾ ਨਹੀਂ ਮੰਨਦੇ, ਉਹ ਤਾਂ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ। ਨਹੀਂ ਮੰਨਦੇ। ਤਹਿਲਕਾ ਦੇ ਸੰਪਾਦਕ ਤੇਜਪਾਲ ਨਾਲ ਜੋ ਸੰਬੰਧਿਤ ਕੇਸ ਹੈ 8 ਸਾਲ ਬਾਅਦ ਰਾਤੀ ਰਹਿ ਗਿਆ ਸੀਗਾ, ਕਿਉਂਕਿ ਸਾਡੇ ਭਾਈਚਾਰੇ ਨਾਲ ਰਿਲੇਟਡ ਹੈ। ਪਤਾ ਨਹੀਂ ਕਿਹੜੇ ਵੇਲੇ ਕਿਹਨੂੰ ਕਿੱਦਾਂ ਕਿੱਥੇ ਮਤਲਬ ਧਰਾਡਾ ਨੇ ਫਸਾ ਦੇਣਾ, ਕਿਵੇਂ ਕਿਸ ਕੇਸ ਦੇ ਵਿੱਚ ਬਦਨਾਮੀ ਉਹਦੇ ਮੱਥੇ ਤੇ ਵੜ ਦੇਣੀ ਹੈ, ਪਤਾ ਨਹੀਂ। 12 ਮਈ ਨੂੰ ਸੁਣਾਇਆ ਜਾਵੇਗਾ ਫੈਸਲਾ। ਇਸ ਬਾਰੇ ਗੱਲ ਕਰ ਲਈਏ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ। ਜਿਹੜੇ ਤਹਿਲਕਾ ਦੇ ਸੰਪਾਦਕ ਮਨਜੀਤ ਤੇਜਪਾਲ ਜੀ ਪੰਜਾਬ ਦੇ ਰਹਿਣ ਵਾਲੇ, ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਸੀ, ਅੱਜ ਕੱਲ੍ਹ ਤਰਨਤਾਰਨ ਜ਼ਿਲ੍ਹੇ ਚਲੇ ਗਏ। ਉਹਨਾਂ ਦਾ ਪਿੰਡ ਪਿਛਲਾ ਖਾਲੜਾ ਸੀਗਾ, ਸਰਹੱਦ ਦੇ ਬਿਲਕੁਲ ਕੰਢੇ ਤੇ। ਉਹਨਾਂ ਤਹਿਲਕਾ ਜਦੋਂ ਅਖਬਾਰ ਖੁੱਲੀ ਸ਼ੁਰੂ ਕੀਤੀ ਤਾਂ ਤਹਿਲਕਾ ਵਾਕਿਆ ਬਚਾਤਾ, ਲੀਡਰ ਸਿੱਧੇ ਕਰਤੇ, ਪ੍ਰਸ਼ਾਸਨ ਸਿੱਧਾ ਕਰਤਾ। ਉਸ ਕੁੜੀ ਨਾਲ ਲਿਫਟ ਜਾਣ ਲੱਗਿਆ 1 ਮਿੰਟ ਦੇ ਵਿੱਚ ਜਾਂ 2 ਮਿੰਟ ਵਿੱਚ ਕੋਈ ਉਹਨੇ ਹਰਕਤ ਕੀਤੀ ਜਾਂ ਨਹੀਂ ਕੀਤੀ, ਇਹ ਉਹ ਜਾਣਦੇ ਦੇ ਬਾਰੇ ਅਸੀਂ ਗੱਲ ਨਹੀਂ ਕਰਦੇ। ਲੇਕਿਨ ਉਹ ਲੜਕੀ ਨੇ ਦੋਸ਼ ਲਾਇਆ ਕਿ ਮੈਨੂੰ ਲਿਫਟ ਨੇ ਛੇੜਖਾਨੀ ਕੀਤੀ ਤੇ ਘੱਟੋ ਘੱਟ 7-8 ਧਾਰਾਂ ਲਾਤੀਆਂ। 2013 ਦੇ ਵਿੱਚ ਜਿਹੜਾ ਸੀ ਉਹਦੇ ਤੇ ਇਹ ਘਟਨਾ ਵਾਪਰੀ ਤੇ 2014 ਵਿੱਚ ਬੇਲ ਹੋ ਗਈ। ਬੇਲ ਹੋਣ ਤੋਂ ਬਾਅਦ ਬਹੁਤ ਸਾਰੇ ਤਹਿਲਕਾ ਦੇ ਮੁਲਾਜ਼ਮ ਛੱਡ ਗਏ, ਕਿਉਂਕਿ ਤਹਿਲਕਾ ਦੇ ਪੱਲੇ ਕੁਛ ਨਹੀਂ ਰਹਿ ਗਿਆ ਸੀ। ਜਿੱਥੇ ਅਖਬਾਰ ਨੂੰ ਕਰੋੜਾਂ ਰੁਪਏ ਦੀ ਐਡ ਮਿਲਦੀ ਸੀ, ਲੱਖਾਂ ਦੀ ਵੀ ਐਡ ਨਹੀਂ ਸੀ ਰਹਿ ਗਈ। ਲੇਕਿਨ ਫਿਰ ਵੀ ਅਖਬਾਰ ਅਜੀਬ ਚੱਲ ਰਹੀ ਹੈ, ਭਾਵੇਂ ਥੋੜੀ ਚੱਲਦੀ ਭਾਵੇਂ ਬਹੁਤ। ਉਹ ਤਹਿਲਕਾ ਨੇ ਕੀ ਕੀਤਾ ਵੀ ਹੁਣ ਉਹਦੀ ਜਿਹੜੀ ਸੁਣਵਾਈ ਹੁੰਦੀ ਰਹੀ ਹੈ 8 ਸਾਲ ਹੋ ਗਿਆ ਤੇ ਉਹਦੀ ਸੁਣਵਾਈ ਪਿਛਲੇ ਹਫ਼ਤੇ ਹੋਈ ਸੀਗੀ। ਇਹ ਉਮੀਦ ਸੀ ਵੀ ਫੈਸਲਾ ਆ ਜਾਏ, ਲੇਕਿਨ ਜੱਜ ਨੇ ਕਿਹਾ ਨਹੀਂ ਯਾਰ ਬਸ ਲਵਾਂਗੇ। 12 ਤਰੀਕ ਪਾਤੀ 12 ਮਈ। ਇਹਦੇ ਨਾਲ ਇੱਕ ਰੇਵਤੀ ਕੁੜੀ ਹੁੰਦੀ ਸੀ, ਰੇਵਤੀ। ਅੱਛਾ ਜੀ। ਉਹ ਰੇਵਤੀ ਦੇ ਕੋਈ ਉਹ ਗੂਗਲ ਚ ਕੰਮ ਕਰਦੀ, ਉਹਨੇ ਕੋਈ ਸਟੋਰੀ ਕਰਨੀ ਸੀ ਅੰਮ੍ਰਿਤਸਰ ਦੇ ਉੱਤੇ। ਉਹਨੇ ਉੱਥੋਂ ਕਿਸੇ ਨੂੰ ਪੁੱਛਿਆ ਵੀ ਮੈਂ ਕਿਹਨੂੰ ਜਾ ਕੇ ਮਿਲਿਆ, ਉਹਨੇ ਮੇਰਾ ਐਡਰੈਸ ਦਿੱਤਾ ਵੀ ਤੁਸੀਂ ਆਹ ਨੰਬਰ ਲੈ ਜਾ ਕੇ ਮਿਲ ਲਿਓ ਤੁਸੀਂ। ਉਹ ਮੇਰੇ ਕੋਲ ਆ ਗਈ,
ਮੈਂ ਥੋੜੀ ਜੀ ਗੱਲ ਪੁੱਛੀ, ਬਹੁਤੀ ਨਹੀਂ ਪੁੱਛੀ ਉਹਨੂੰ। ਮੈਂ ਇਸ ਕਰਕੇ ਨਹੀਂ ਪੁੱਛੀ, ਮੈਂ ਕਿਹਾ ਮੇਰਾ ਕੋਈ ਲੈਣਾ ਦੇਣਾ ਨਹੀਂ, ਬੀਬੀ ਨੇ ਬੜੀਆਂ ਗੱਲਾਂ ਵਧਾ ਚੜਾ ਕਰਨੀ, ਕੀ ਲੋੜ ਪੁੱਛਣ ਦੀ, ਮੈਂ ਜਿੰਨੀ ਤੂੰ ਆਸਤੀ ਠੀਕ ਵੀ ਠੀਕ, ਤੂੰ ਆਪਣੀ ਗੱਲ ਕਰ। ਪਰ ਉਹਨੇ ਬੜੇ ਸੰਗੀਨ ਇਲਜ਼ਾਮ ਲਾਏ ਸੀ ਤਰਨ ਤੇਜਪਾਲ ਦੇ ਉੱਤੇ ਵੀ ਇਹਨੇ ਗਲਤ ਕੀਤਾ, ਜੇ ਕੀਤਾ ਸੀ ਨੌਕਰੀ ਛੱਡੀ, ਜੋ ਕੀਤਾ ਵੱਖਰੀ ਗੱਲ ਸੀ। ਹੁਣ ਤਰਨ ਤੇਜਪਾਲ ਦਾ ਜਿਹੜਾ ਭਵਿੱਖ ਆ ਉਹ 12 ਮਈ ਨੂੰ ਉਹਨੂੰ ਜੇ ਸਜ਼ਾ ਹੁੰਦੀ ਆ ਫਿਰ ਤੇ 10 ਸਾਲ ਪੱਕੇ ਆ, ਜੇ ਬਰੀ ਹੁੰਦਾ ਵਾ ਤੇ 12 ਤਰੀਕ ਨੂੰ ਪਤਾ ਲੱਗੇ ਜੀ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਇਸ 24 ਸਾਲ ਦੇ ਵਿੱਚ ਤੁਸੀਂ ਸਾਡਾ ਸਾਥ ਦਿੱਤਾ। ਲੰਬੇ ਸਮੇਂ ਤੋਂ ਤੁਸੀਂ ਸਵੇਰੇ ਸ਼ਾਮ ਆਪਣੇ ਵਿਚਾਰ ਇਸ ਪ੍ਰੋਗਰਾਮ ਦੇ ਰਾਹੀਂ ਪੇਸ਼ ਕਰਦੇ ਹੋ, ਰੇਡੀਓ ਟੈਲੀਵਿਜ਼ਨ ਮਾਧਿਅਮ ਦੇ ਰਾਹੀਂ, YouTube Facebook ਦੇ ਰਾਹੀਂ ਅਤੇ ਜਿਹੜੇ ਵੱਖ-ਵੱਖ ਸਾਡੇ ਐਪਸ ਨੇ ਉਹਨਾਂ ਦੇ ਰਾਹੀਂ। ਜਿੱਥੇ ਤੱਕ ਸਾਨੂੰ ਸੁਣਿਆ ਜਾਂਦਾ, ਦੇਖਿਆ ਜਾਂਦਾ, ਉਹਨਾਂ ਦਾ ਵੀ ਧੰਨਵਾਦ। ਸ਼ੇਅਰ ਕਰਨ ਵਾਲਿਆਂ ਦਾ ਵੀ ਧੰਨਵਾਦ। ਆਪੋ ਆਪਣੀ ਕੀਮਤੀ ਸਮਾਂ ਕੱਢ ਕੇ 2 ਲਾਈਨਾਂ ਕਿਸੇ ਲਈ ਲਿਖ ਦੇਣੀਆਂ ਜਾਂ ਬੋਲ ਦੇਣੀਆਂ, ਉਹ ਬੜੀ ਵੱਡੀ ਮਾਇਨੇ ਰੱਖਦੀ ਹੈ ਗੱਲ। ਉਹਨਾਂ ਵਾਸਤੇ ਵੀ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਫਿਰ ਅਗੇਨ ਸੱਚ ਬੋਲਿਆ ਗਿਆ, ਜਿਹੜਾ ਭੈਣ ਜੀ ਹੁਣ ਵੀ ਕਹਿ ਕੇ ਕਿ ਇੰਨਾ ਵੀ ਸੱਚ ਨਾ ਬੋਲ। ਇਹ ਪਤਾ ਨਹੀਂ ਹਜ਼ਾਰਾਂ ਵਾਰ ਮੇਰੇ ਕੰਨਾਂ 'ਚ ਪਿਆ ਹੈ, ਪਰ ਹੁਣ ਚੱਲ ਪਏ ਆ, ਕੀ ਕਰੀਏ, ਮੁੜਨਾ ਜਾਣਾ ਨਹੀਂ। ਜੇ ਮੁੜ ਗਏ ਤਾਂ ਫੇਰ ਕਹਿਣਾ ਵੇਖਿਆ। ਚਲੋ ਹੁਣ ਜਿੰਨੇ ਸਵਾਸ ਨੇ ਉਹਨਾਂ ਦਾ ਕਹਿਣ ਤੋਂ ਭਾਵ ਇਹ ਹੈ ਜੀ, ਜਿਹੜੀ ਸੁਰਜੀਤ ਪਾਤਰ ਨੇ ਕਿਹਾ, ਹਾਂ ਸੁਰਜੀਤ ਪਾਤਰ ਨੇ ਕਿਹਾ ਨਾ ਵੀ ਇਹਨਾਂ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇ। ਨਹੀਂ ਕੋਈ ਨਹੀਂ, 4 ਕੋ ਬੰਦੇ ਛੱਡ ਲੱਭੋ ਤਾਂ। Hello. Hi. Yeah, hi. A very good day. Hi. Good morning. My name is Tabassum and I'm calling you from Cogent on behalf of QMath. How are you doing today? I'm fine. Thanks for calling. Can you hold on 1 minute, please? CJMR 1320 मीटर पे रेडियो प्रोग्राम रगला पंजाब ये जी टेली मार्केटिंग वाले ने। सो पाटी साहब लइए छुट्टियां फिर। वाहिगुरू जी का खालसा, वाहिगुरू जी की फतेह। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।